ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ। ਜਿਉਂ ਆਇਆ ਤਿਉਂ ਜਾਵੇ ਬੋਰੇ, ਜਿਉਂ ਜਨਮੇ ਤਿਉਂ ਮਰਨ ਪੈਆ। ਜਿਉਂ ਆਇਆ ਤਿਉਂ ਜਾਵੇ ਬੋਰੇ, ਜਿਉਂ ਜਨਮੇ ਤਿਉਂ ਮਰਨ ਪੈਆ। ਇਹ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਦੀ ਹੈ। ਸੰਤ ਕਈ ਵਾਰ ਦੱਸਿਆ ਹੈ ਕਿ ਜਦ ਵੀ ਦੁਨੀਆ 'ਚ ਆਉਂਦੇ ਹੈ ਉਹ ਸਾਡੇ ਮਨੁੱਖ ਜਨਮ ਵੱਲ ਹੀ ਦੇਖਦੇ ਹੈ। ਕਿਆ ਕਿ ਮਨੁੱਖ ਜਨਮ ਵਿੱਚ ਆ ਕੇ ਕੁਛ ਇਸ ਨੇ ਖਟਿਆ ਹੈ, ਕੀ ਸੌਦਾ ਕੀਤਾ ਇੱਥੇ ਆ ਕੇ, ਇਹ ਗੁਆ ਕੇ ਚਲਿਆ ਜਾਂ ਖਟ ਕੇ ਚਲਿਆ। ਜਿਸ ਤਰ੍ਹਾਂ ਅਸੀਂ ਦੁਨੀਆ ਦੀ ਮਿਸਾਲ ਹੈ, ਕੋਈ ਵੀ ਬੰਦਾ ਕੋਈ ਕੰਮ ਕਰਨ ਜਾਂਦਾ ਹੈ, ਅਗਰ ਉਸ ਦਾ ਕੰਮ ਨਹੀਂ ਹੁੰਦਾ ਉਹ ਪਰੇਸ਼ਾਨ ਹੋ ਕੇ ਘਰ ਨੂੰ ਆਉਂਦਾ। ਸਾਡੇ ਬਾਰੇ ਵੀ ਸੰਤ ਮਹਾਂਪੁਰਖ ਸਮਝਾ ਰਿਹਾ ਹੈ ਕਿ ਇਹ ਪੁਰਸ਼ ਜਿਉਂ ਤੋਂ ਦੁਨੀਆ 'ਚ ਆਇਆ ਤਿਉਂ ਹੀ ਦੁਨੀਆ 'ਚੋਂ ਚਲਾ ਗਿਆ। ਜਿਉਂ ਜਿਉਂ ਜਨਮ ਲਏ ਮੌਤ ਸਾਡੇ ਸਿਰ 'ਤੇ ਖੜੀ ਰਹੀ। ਅਸੀਂ ਆਪਣਾ ਮਰਨ ਜੰਮਣ ਨਹੀਂ ਮੁਕਾ ਸਕੇ, ਅਸੀਂ ਜੋ ਕੰਮ ਕਰਨਾ ਸੀ ਉਹ ਨਹੀਂ ਕਰ ਸਕੇ। ਗੁਰੂ ਸਾਹਿਬ ਜੀ ਬਾਣੀ 'ਚ ਇੱਕ ਸ਼ਬਦ ਫਰਮਾਉਂਦੇ ਆ ਕਿ ਆਇਆ ਤੇ ਤੂੰ ਹੀਰੇ ਜਵਾਹਰਾਤ ਖਰੀਦਣ ਵਾਸਤੇ ਸੀ, ਮਗਰ ਕਲਰਾਂ ਦੀਆਂ ਪੰਡਾਂ ਪਾ ਲਈਆਂ। ਕਲਰ ਜਿਹੜਾ ਹੁੰਦਾ ਹੈ ਉਹਦੀ ਕੋਈ ਕੀਮਤ ਨਹੀਂ ਹੁੰਦੀ। ਮਕਸਦ ਕੀ ਕਿ ਆਏ ਅਸੀਂ ਨੇਕ ਪਾਕ ਕੰਮ ਕਰਨ ਵਾਸਤੇ ਸੀ, ਲੇਕਿਨ ਅਸੀਂ ਬੁਰੇ ਕਰਮਾਂ ਦੇ ਪਹਾੜਾਂ ਦੇ ਪਹਾੜ ਬਣਾ ਲਏ। ਜਿਨ੍ਹਾਂ ਦੇ ਕਰਮਾਂ ਦੇ ਅਨੁਸਾਰ ਸਾਨੂੰ ਜਨਮ ਮਿਲਦੇ ਹੈ, ਔਰ ਜਨਮ ਇੱਕ ਨਹੀਂ ਮਿਲਦਾ, ਸਾਨੂੰ 84 ਦੇ ਵਿੱਚ ਅਨੇਕਾਂ ਜਨਮ ਲੈਣਾ ਪੈਂਦੇ। ਇਹਦੇ ਮਰਨ ਔਰ ਪੈਦਾ ਹੋਣ ਦੇ ਵਿੱਚ ਕੋਈ ਸੁੱਖ ਨਹੀਂ ਹੈ। ਸਿਰਫ ਅਸੀਂ ਆਪਣੇ ਇਨਸਾਨਾਂ ਵੱਲ ਨਹੀਂ ਦੇਖਣਾ ਚਾਹੀਦਾ। ਤਮਾਮ ਦੁਨੀਆ ਦੇ ਜਿਤਨੇ ਜੀਵ ਪੈਦਾ ਹੋਏ ਹੈ ਸਾਰਿਆਂ ਵੱਲ ਨਜ਼ਰ ਮਾਰੋ, ਕਿਆ ਕੋਈ ਸੁੱਖ ਹੈ? ਬੱਦਲ ਪੈਂਦਾ ਹੈ, ਕੀੜੇ ਮਕੌੜੇ ਦੀਆਂ ਰੁੱਡਾਂ ਦੇ ਵਿੱਚ ਪਾਣੀ ਪੈ ਜਾਂਦਾ ਹੈ, ਹਜ਼ਾਰਾਂ ਜੀਵ ਉਹਨਾਂ ਦੇ ਰੁੜ ਜਾਂਦੇ, ਔਰ ਬਜੋਗ ਜਾਂ ਦੁੱਖ ਇੱਕੋ ਜਿਹਾ ਹੀ ਸਾਰਿਆਂ ਨੂੰ ਹੁੰਦਾ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ, ਚਿੜੀ ਦੇ ਆਲੜੇ ਜੋ ਬੋਟ ਡਿੱਗ ਪੈਂਦਾ ਹੈ ਉਹ ਚੂੰ ਚੂੰ ਕਰਦੀ ਰਹਿੰਦੀ ਹੈ, ਕਈ ਦਿਨ ਚੋਗ ਨਹੀਂ ਚੁਗਦੀ, ਇਤਨਾ ਉਸ ਨੂੰ ਦੁੱਖ ਪੈਦਾ ਹੋ ਜਾਂਦਾ। ਕਿਸੇ ਗਾਈ ਮਾਈ ਦਾ ਬਰਛਾਟ ਮਰ ਜਾਂਦਾ ਹੈ, ਕਦੀ ਉਹਨੂੰ ਧਿਆਨ ਨਾਲ ਦੇਖੋ, ਉਹਦੀਆਂ ਅੱਖਾਂ ਵਿੱਚੋਂ ਵੀ ਪਾਣੀ ਵਗਦਾ, ਉਹ ਵੀ ਰੋਂਦੀ ਹੈ। ਇਹ ਦੁੱਖ ਜਿਹੜਾ ਹੈ ਇਹ ਦੁੱਖ ਜਾ ਨਹੀਂ ਸਕਦਾ। ਇਸ ਵਾਸਤੇ ਸੰਤ ਮਹਾਂਪੁਰਖ ਸਾਨੂੰ ਸਮਝਾਉਂਦੇ ਹੈ ਕਿ ਐ ਪੁਰਸ਼ ਤੂੰ ਕੀ ਕਰਨ ਵਾਸਤੇ ਆਇਆ। ਜਿਸ ਕੰਮ ਵਾਸਤੇ ਤੂੰ ਆਇਆ ਉਹ ਤਾਂ ਤੇਰਾ ਕੰਮ ਰਹਿ ਗਿਆ। ਅਸੀਂ ਆਏ ਸੀ ਆਪਣਾ ਜਨਮ ਮਰਨ ਮਕਾਨ ਵਾਸਤੇ, ਆਖਰੀ ਪੌੜੀ 'ਤੇ ਪਹੁੰਚ ਗਿਆ ਸੀ, ਆਖਰੀ ਡੰਡੇ 'ਤੇ। ਆਖਰੀ ਡੰਡੇ ਤੋਂ ਜਦੋਂ ਬੰਦਾ ਡਿੱਗ ਪੈਂਦਾ ਹੈ ਤਾਂ ਥੱਲੇ ਕੋਈ ਵੀ ਡੰਡਾ ਇਹਦੇ ਹੱਥ ਨਹੀਂ ਆ ਸਕਦਾ। ਇਸ ਨੂੰ ਸਭ ਤੋਂ ਥੱਲੇ ਆਉਣਾ ਪੈਂਦਾ ਹੈ, ਫਿਰ ਮੁੜ ਕੇ ਸਾਨੂੰ ਜਨਮ ਲੈਣਾ ਪੈਂਦਾ। ਇਹ ਮਨੁੱਖਾ ਜਨਮ ਸਾਡਾ ਆਖਰੀ ਜਨਮ ਹੈ। ਇਸ ਤੋਂ ਬਾਅਦ ਸਾਨੂੰ ਹੋਰ ਕੋਈ ਅੱਛਾ ਜਨਮ ਨਹੀਂ ਮਿਲਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਪਿਆਰ ਨਾਲ ਸਾਨੂੰ ਸਮਝਾ ਰਹੇ ਹੈ,
और बौरे करके बेसमझ करके सानू दस रहा है कि तू बेसमझ है। ज्यों आए त्यों गए बौरे, ज्यों जन्मे त्यों मरण पिया। है बौरे है मूर्ख, ज्यों तू आया इसे तरह चला गया। जो सौदा करना आया वो सौदा तेरा बनया नहीं। खाली आया खाली चला गया। इस वास्ते सानू जो भी संत महापुरख बाणी द्वारे समझाते है, साडा फर्ज है कि असी कुछ ना कुछ उस लैन ते चल के अपना कुछ बना लईए। इसे जन्म दे विच ही असी कुछ बना सकते हैं, और किसी जन्म दे विच साडा कुछ नहीं बन सकता। यही जन्म जड़ा इसनों एक सारे जन्मां दा अवसर जन्म मिलिया है, सब तो उपर मिलिया है। और जिहड़ी साइंस इसनों परमात्मा ने बख्शी है वो होर किसी जन्म विच नहीं। ये अपने आप दा आपे ही प्रिंसीपल है, इनू समझाने की कोई खास जरूरत नहीं। इनू सारा ही पता है। किहड़ा इंसान है जिसनों नहीं पता घाटे और वाधे का। हर बंदे दे अंदर सूझबूझ है, और असी समझदार होंदे होई फिर भी असी गलत पासे जावांगे तो फिर सानू सजा तो पैनी पैनी। नाबालक और बालक दा हजूर कई बार फरमाउंदे होंदे सी। बालक किस नूं कहा जाता है कि जिहड़ा इंसान समझदार है। नाबालक किस नूं कहा जाता है जिहड़ा बेसमझ है, बच्चा है। अगर कोई केस हो जाता है, बच्चे पासों कोई गलत काम हो जाता है, तो गौरमेंट उसनों विधाई कर देंदी है, क्योंकि बेसमझ सी, इनू कोई समझ नहीं सी। जिहड़ा समझदार करता है उसकी रिहाई नहीं होंदी। एक राधा कतल, एक समझ जने आ सैवन कतल। कोई भी झगड़ा किसी का होंदा है, कोई घरों हथियार लैके तुर पैंदा है, एक उथों ही कोई चीज़ मार दिंदा है। उहदे च बड़ा फर्क है। उहदे बारे भी गुरु साहब जी फरमाउंदे है कि जिहड़ा घरों जांदा है उहदा राधा है। जिहड़ा साहिबन कोई किसी नूं मार दिंदा वो अपने बचाव वास्ते है, कुदरती मार दिंदा। उहदे विच भी गौरमेंट उसनूं रिहाई कर देंदी है। उहदे विच भी फर्क है। हुण असी नाबालक नहीं है, असी बालक हाँ, क्योंकि सानू सारी समझ है। जदों असी दुनिया का काम करते हैं, सानू कोई घाटा पैंदा है, असी उहनूं बदलण की कोशिश करने हैं। उहदे बारे साड़ी समझ किधर जाती है, इहदे बारे असी कदी नहीं सोचिया कि 24,000 वो परमात्मा सानू श्वास दे रहा है दिन और रात का, और साढ़े श्वास कित्थे लग रहे है, किस काम दे विच लग रहे है, किहड़े किहड़े असी काम कर रहे हैं। क्या कोई साध संगत दे विच, कोई साध संगत की सेवा विच, कोई भजन सिमरन विच, कित्थे साढ़े श्वास खर्च हो रहे हैं। साढ़े श्वास साध संगत विच खर्च होणगे, भजन सिमरन विच जिहड़े खर्च होणगे उहदा ही सानू फायदा मिलना है, बाकी का कोई फायदा नहीं मिलना। बाकी दे ज्यों आए त्यों गए, जिस तरह आ गए इस तरह चला गए। जिहड़े किसी अर्थ लग जाणगे, हिसाब विच आ जाणगे, उहदा सानू फायदा जरूर मिलेगा। ये संतां नूं पता है कि जो परमात्मा सानू इस श्वास की जायदाद दिंदा है, इहदी कीमत की है। असी तो एवें कौड़ियां दे पा ही इन्हां नूं बेच रहे हैं। कबीर साहब जी जब दुनिया ते आए, उन्होंने देखा कि उस प्रभु के पासों की मंगी है। ये साढ़े श्वास जिहड़े है
ਸਾਨੂੰ ਜਿਹੜੀ ਪਰਮਾਤਮਾ ਜਾਇਦਾਦ ਦੇ ਰਿਹਾ ਹੈ, ਇਹ ਸਾਡੀ ਕਿੱਥੇ ਲੱਗ ਰਹੀ ਹੈ? ਕਬੀਰ ਸਾਹਿਬ ਨੇ ਬੜੇ ਪਿਆਰ ਨਾਲ ਸਮਝਾਇਆ, कहता हूँ क्या कहूँ क्या बजाऊँ ढोल, श्वासा खाली जात है तीन लोक का मूल। इस दी कीमत का, इस दे फायदे का संतां महापुरखों नूं पता है, सानू जीवां नूं कोई पता नहीं। असी अन्नेवाह ही सुट रहे हैं, अन्नेवाह ही तुर रहे हैं। गुरु नानक देव जी महाराज फरमाउंदे है, माया धारी अन्ना बौरा, शब्द ना सुने बहु रौल कचौला। असी इस झूठी माया च फस के, दुनिया च फस के, रौल कचौले च फस गए। साढ़े अंदर वो शब्द आ रहा है, साढ़े अंदर लखां रोशनियां ने, लेकिन असी कभी सुनिया नहीं। क्यों? साड़ा उधर ध्यान नहीं। असी महफलों च खुश रहने हाँ, पार्टियां च वड़ के खुश रहते हाँ, सारी सारी रात असी गल्लां करते रहिए, थकते नहीं। लेकिन जे असी भजन 10 मिनट भी बैठते हैं, असी थक जाते हैं। जिहदे विचों सानूं फायदा मिलना है, जिहड़े स्वाद साडे भजन सिमरन च लगणगे, जां साध संगत की सेवा विच, अच्छे कामां विच, उहदा सानूं फायदा मिलेगा, बाकी कोई फायदा नहीं। हजूर कई बार दुनिया की मिसाल देंदे हुंदे सी, किसी बंदे की कोई लाटरी निकले, जे लाटरी निकली है, भावें वो लखां रुपये ने, जे अपने घर की कोई जायदाद बना लैंदा है तो उसनूं फायदा है। अगर वो जायदाद नहीं बनाउंदा, माड़े कम्मां 'च उसनूं खर्च देंदा है, तो जही लैटरी निकली जही ना निकली। साड़ी एक मनुष्य जन्म की लाटरी निकली है। जे इस जन्म नूं असी सुकत कर लिया, अच्छे पासे ते लगा लिया, नेक पासे लै गए, तो फिर तो साड़ा जन्म सुकारत हो गया, फिर तो इसका फायदा मिल गया। अगर असी माड़े कर्म कीते तो माड़े कर्मां का रिजल्ट माड़ा है, फिर सानू सजा मिलेगी। जिस तरह गुरु साहब जी पहली तुक विच ही सानू समझा रहे हैं, इको ही तुक अधिकारी वास्ते बड़ी होंदी है। स्वामी जी का शब्द पढ़िया ही उन्हें यही फरमाया, ये अधिकारी वास्ते एक तुक ही बड़ी है। ज्यों आए त्यों गए बौरे, ज्यों जन्मे त्यों मरन पिया। है बौरे तू जिस तरह भी दुनिया च आया, इसी तरह चला गया, कुछ खटिया नहीं, कोई नेक पाक काम नहीं किया, कोई फायदा नहीं होया इस जन्म का। गुरु साहब जी जो बाणी च फरमा रहे हैं, साढ़े फायदे वास्ते, जद जद भी संत महापुरख आउंदे है, वो जो कुछ भी लिखते हैं, जो कुछ कहते हैं, साढ़े फायदे वास्ते। हर बंदे का फायदा करते हैं। उन्हां दी कोई पार्टी नहीं, उन्हां दी कोई सोसाइटी नहीं, उन्हां दी कोई जमात नहीं, उन्हां दी कोई जात पात नहीं। उन्हां दी बाणी जिहड़ी है सब ते घटदी है। कोई मन लैवे, कोई उस दे हिसाब ते तुर पवे, वो फायदा ले लैंदा है। जिहड़ा नहीं तुरदा, चाहे वो किसी भी जात का है, किसी जमात का है, वो कोई फायदा नहीं ले सकता। हाँ जी। ज्यों त्यों जावे बहरे, ज्यों जन्मे त्यों मरण पैया। ज्यों रस भोग किए तेता दुख लागे, नाम विसारे पाव जाल पैया। गुरु साहब जी बड़े प्यार दे नाल फरमा रहे हैं, ऐ मूर्ख तू की कीता दुनिया ते आके, रस भोगां दे विच फस गया। ये दुनिया दे रस लैंदा रहा,
ਔਰ ਜਿਉਂ-ਜਿਉਂ ਤੂੰ ਇਹ ਰਸ ਕਸ ਲਏ ਨਾ ਦੁੱਖ ਪੈਦਾ ਹੋ ਗਿਆ, ਆ ਰੋਗ ਪੈਦਾ ਹੋ ਗਏ। ਕੀ ਖਟਿਆ ਆ ਕੇ? ਜਿਸ ਕੰਮ ਦੇ ਵਿੱਚ ਸਾਨੂੰ ਬਿਮਾਰੀ ਪੈਦਾ ਹੋ ਜਾਏ, ਉਸ ਕੰਮ ਦਾ ਕੀ ਫਾਇਦਾ ਹੈ? ਜਿਸ ਖੁਰਾਕ ਖਾਣ ਨਾਲ ਸਾਡੇ ਅੰਦਰ ਬਿਮਾਰੀ ਪੈਦਾ ਹੋ ਜਾਂਦੀ ਹੈ, ਉਸ ਖੁਰਾਕ ਦੇ ਖਾਣ ਦੀ ਕੀ ਜ਼ਰੂਰਤ ਹੈ? ਸਾਨੂੰ ਇਹ ਸੂਝ-ਬੂਝ ਹੋਣੀ ਚਾਹੀਦੀ ਹੈ, ਸਾਨੂੰ ਇਹ ਅਕਲ ਹੋਣੀ ਚਾਹੀਦੀ ਹੈ। ਇਹ ਕਿਸੇ ਦੇ ਦੱਸਣ ਦੀ ਜ਼ਰੂਰਤ ਨਹੀਂ। ਸਾਨੂੰ ਆਪਣੀ ਬਿਹਤਰੀ ਵਾਸਤੇ ਆਪੇ ਹੀ ਸੋਚਣਾ ਚਾਹੀਦਾ। ਔਰ ਸੰਤ ਮਹਾਂਪੁਰਖ ਸਾਨੂੰ ਸੁੱਤਿਆਂ ਨੂੰ ਜਗਾਉਂਦੇ ਹੈ, ਸਾਨੂੰ ਸਮਝਾਉਂਦੇ ਹੈ ਕਿ ਐ ਮੂਰਖ ਤੂੰ ਕੀ ਕਰ ਰਿਹਾ, ਕਿਹੜੇ ਰਸ ਲੈ ਰਿਹਾ? ਝੂਠਾ ਮਦ ਮੂਲ ਨਾ ਪੀਜੀਏ ਉਤਰ ਜਾਏ ਪ੍ਰਭਾਤ, ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਅਸੀਂ ਰੋਜ਼ ਬਾਣੀ ਪੜ੍ਹਦੇ ਹਾਂ, ਰੋਜ਼ ਸੁਣਦੇ ਹਾਂ, ਲੇਕਿਨ ਪੜ੍ਹਨ ਸੁਣਨ ਵਾਲੇ ਵੀ ਉਸ ਘਾਟ 'ਤੇ ਜਾਂ ਉਸ ਲਾਈਨ 'ਤੇ ਨਹੀਂ ਚੱਲਦੇ। ਕਦੀ ਇਸ ਤੁਕ ਨੂੰ ਅਸੀਂ ਵਿਚਾਰ ਕੀਤੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸਾਨੂੰ ਸਮਝਾ ਰਹੇ ਹੈ, ਝੂਠਾ ਮਦ ਮੂਲ ਨਾ ਪੀਜੀਏ ਉਤਰ ਜਾਏ ਪ੍ਰਭਾਤ, ਨਾਮ ਹਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਕਦੀ ਇਹਦੇ ਬਾਰੇ ਸੋਚਿਆ ਹੈਗਾ? ਅਸੀਂ ਝੂਠੇ ਨਸ਼ਿਆਂ ਦੇ ਵਿੱਚ ਫਸੇ ਹਾਂ, ਝੂਠੀਆਂ ਚੀਜ਼ਾਂ ਨੂੰ ਅਸੀਂ ਖਾ ਪੀ ਰਹੇ ਹਾਂ, ਝੂਠੀ ਐਸ਼ੋ ਅਸ਼ਰ 'ਚ ਫਸੇ ਹਾਂ। ਫਕੀਰ ਕਹਿੰਦੇ ਆ ਉਹ ਸੱਚਾ ਨਸ਼ਾ ਲੈ, ਜਿਹੜਾ ਦਿਨ ਔਰ ਰਾਤ ਤੈਨੂੰ ਚੜ੍ਹਿਆ ਰਹੇ। ਉਸ ਨਸ਼ੇ ਨੂੰ ਲੈ। ਉਹ ਨਸ਼ਾ ਸਾਡੇ ਅੰਦਰ ਸ਼ਬਦ ਹੈ। ਉਹ ਸਾਡੇ ਅੰਦਰ ਸ਼ਬਦ ਆ ਰਿਹਾ ਹੈ, 24 ਘੰਟੇ ਉਹ ਸ਼ਬਦ ਆ ਰਿਹਾ ਹੈ। ਮਹਾਤਮਾ ਬੁੱਧ ਨੂੰ ਲੋਕਾਂ ਨੇ ਕਿਹਾ, ਕੋਈ ਸਾਨੂੰ ਪਰਮਾਤਮਾ ਦੇ ਬਾਬਤ ਕੋਈ ਗੱਲਬਾਤ ਦੱਸੋ। ਉਹ ਚੁੱਪ ਕਰਕੇ ਬੈਠੇ ਰਹੇ। ਫਿਰ ਲੋਕਾਂ ਨੇ ਕਿਹਾ, ਜੀ ਤੁਸੀਂ ਸਾਨੂੰ ਮਾਲਕ ਦੇ ਕੋਈ ਪਰਮਾਤਮਾ ਦੀ ਗੱਲਬਾਤ ਦੱਸੋ। ਉਹ ਫਿਰ ਚੁੱਪ ਕਰ ਰਹੇ। ਘੜੀ ਮੜੀ ਪੁੱਛਣ ਦੇ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਪਰਮਾਤਮਾ ਦੀ ਆਵਾਜ਼ ਨੂੰ ਸੁਣ ਰਿਹਾ, ਮੈਂ ਦੱਸਾਂ ਕੀ ਤੁਹਾਨੂੰ? ਮੈਂ ਕੀ ਦੱਸਾਂ? ਉਹ ਬੋਲ ਰਿਹਾ, ਮੈਂ ਦੱਸ ਰਿਹਾ, ਮੈਂ ਸੁਣ ਰਿਹਾ, ਮੈਂ ਉਹਦੀ ਆਵਾਜ਼ ਨੂੰ ਸੁਣ ਰਿਹਾ। ਉਹ ਦੱਸਣ ਵਾਲੀ ਨਹੀਂ ਹੈ। ਅਸੀਂ ਖੂਹ ਦੇ ਡੱਡੂ ਬਣੇ ਹਾਂ। ਅਸੀਂ ਖੂਹ ਨੂੰ ਹੀ ਅੱਜ ਸਮੁੰਦਰ ਸਮਝ ਲਿਆ। ਸਮੁੰਦਰ ਬਹੁਤ ਬੜਾ ਹੁੰਦਾ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ, ਸਮੁੰਦਰ ਤੂੰ ਹੈਂਸ ਕੋਈ ਕਿਸੇ ਖੂਹ 'ਤੇ ਚਲਾ ਗਿਆ। ਡੱਡੂ ਨੇ ਪੁੱਛਿਆ, ਤੂੰ ਕੌਣ ਹੈ? ਉਸਨੇ ਕਿਹਾ, ਮੈਂ ਹੈਂਸ ਹਾਂ। ਤੁਸੀਂ ਕਿੱਥੇ ਰਹਿੰਦੇ ਹੋ? ਕਹਿੰਦੇ ਅਸੀਂ ਸਮੁੰਦਰਾਂ ਹੀ ਰਹਿੰਦੇ ਹਾਂ। ਕਿਹੜਾ ਕੁ ਸਮੁੰਦਰ ਹੈ? ਇੱਕ ਛੜੱਪਾ ਮਾਰਿਆ, ਏਡਾ ਕੁ ਹੋਗਾ? ਉਹਨੇ ਕਿਹਾ, ਨਹੀਂ ਬਹੁਤ ਬੜਾ ਹੈ। ਹੋਰ ਚੱਕਰ ਥੋੜ੍ਹਾ ਕੱਟਿਆ, ਇੰਨਾ ਕੁ ਹੋਏਗਾ? ਕਹਿੰਦੇ ਨਹੀਂ ਬਹੁਤ ਬੜਾ ਹੈਗਾ। ਸਾਰਾ ਖੂਹ ਦਾ ਚੱਕਰ ਕੱਟਿਆ, ਕਹਿਣ ਲੱਗੇ ਇਹਦੇ ਤੋਂ ਬੜਾ ਨਹੀਂ ਹੋ ਸਕਦਾ। ਇਸ ਤਰ੍ਹਾਂ ਸੰਤ ਮਹਾਂਪੁਰਖ ਜਿਹੜੇ ਹੈ ਉਹ ਸਮੁੰਦਰ ਦੇ ਵਿਆਸੀ ਨੇ, ਅਸੀਂ ਖੂਹ ਦੇ ਡੱਡੂ ਬਣੇ। ਅਸੀਂ ਉਹਨਾਂ ਦਾ ਕਹਿਣਾ ਨਹੀਂ ਮੰਨਦੇ। ਉਹ ਕਹਿੰਦੇ ਸਮੁੰਦਰ ਦੇ ਹੈਂਸ ਬਣੋ, ਉਹ ਬਹੁਤ ਬੜਾ ਹੈ, ਤੁਸੀਂ ਖੂਹ ਦੇ ਡੱਡੂ ਹੋ, ਤੁਹਾਨੂੰ ਕੋਈ ਸਮਝ ਨਹੀਂ। ਜੋ ਅਸੀਂ ਕੰਮ ਦੱਸਦੇ ਹਾਂ ਸੋ ਕਰੋ। ਸਾਡੇ ਅੰਦਰ ਉਹ ਸੱਚਾ ਨਸ਼ਾ, ਉਹ ਸ਼ਬਦ ਜਿਹੜਾ ਆ ਰਿਹਾ ਹੈ, ਉਹ ਤੁਨਕਾਰ ਸਾਡੇ ਅੰਦਰ ਆ ਰਹੀ ਹੈ, ਪਰ ਉਹਦੇ ਸੁਣਨ ਵਾਸਤੇ ਸਾਨੂੰ ਮਹਿਫਲਾਂ ਦੀ ਜ਼ਰੂਰਤ ਨਹੀਂ, ਕਿਸੇ ਪਾਰਟੀ ਦੀ ਜ਼ਰੂਰਤ ਨਹੀਂ। ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ, ਤੂੰ ਬੈਠ ਅਕੇਲਾ ਧਿਆਨ ਧਰ, ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਤੂੰ ਇਕੱਲਾ ਬੈਠ ਔਰ ਅੰਦਰ ਧਿਆਨ ਧਰ, ਤੈਨੂੰ ਕੋਈ ਨਾ ਕੋਈ ਨਿਸ਼ਾਨੀ ਸ਼ਬਦ ਦੀ ਮਿਲੇਗੀ। ਅਸੀਂ ਉਸ ਨੂੰ ਮਹਿਫਲਾਂ ਦੇ ਵਿੱਚ, ਪਾਰਟੀਆਂ ਦੇ ਵਿੱਚ ਸੁਣਨਾ ਚਾਹੁੰਦੇ ਹਾਂ, ਉਸ ਤਾਕਤ ਨੂੰ ਲੈਣਾ ਚਾਹੁੰਦੇ ਹੋ, ਮਿਲਦੀ ਨਹੀਂ।
ਭਜਨ ਕਰ ਮਗਨ ਰਹੋ ਮਨ ਮੇ। स्वामी जी महाराज फरमाउंदे है, अगर तू बेफिक्र रहना है तो फिर भजन कर। जे इस चिंता नूं, इस टेंशन नूं दूर करना है तो फिर भजन की जरूरत है। सुथरे फकीर ने बड़ा सोहना कहा। सुथरा फकीर किते कोई मरे तद भी जाए, जमे तद भी जाए। एक दिन उसने सोचा कि मैं किहड़े स्यापे च फसिया, ना मेरे कोई पैदा होना, ना मेरा कोई मरना है, तो मैं किहड़े फाह च फसिया हैगा जाओ आई च। उस वेले सुथरे फकीर ने कहा, कोई मरे कोई जीए, सुथरा घोल पदासे पीए। कोई मरदा है कोई जमदा है, जो मर्जी होंदा है। तू पतासे किहड़े क्या? शब्द। तू शब्द की कमाई कर। सुथरा फकीर खाना बना रहा सी। फकीर ही अंदाजे लाउंदे है, उही सोचते है। एक आटा थोड़ा जिहा उड़ के उस बाहर पिया तो चिड़ी आई, उसने मूँह च पा लिया। उत्तों आवाज़ पिया, उस चिड़ी नूं चुक के लै गया। सुथरे फकीर ने सोचा ये की बनया, ये की बन गया। अख फड़कना ना मिली, मूँह विच रहा गरा। लख लानती तेरा सुथरिया जे दम दा करें बसा। कहंदा अख फड़कना नहीं मिली, गरा मूँह विच ही रहा, वो काल बाज चुक के लै गया। तेरा लख लानत है जे एक दम का भी वसा करें, पता नहीं दम आना ही दूजा या नहीं आना। तू ईश्वर की भगती कर लै। जेड़े असल सुथरा है वो एक फुलका पकाउंदा, उन्होंने खा के दूजा पकाउंदा है। सैंत सानू बड़े तरीके नाल समझाउंदे है कि भाई तेरी कोई गारंटी नहीं, कोई तेरी डेट नहीं। तू जल्दी अपना काम कर ले, जितना भी जल्दी हो सकता है तू नेक पाक काम कर ले। कोई पता नहीं कल ना पाई, दूजा दिन ना पाई, की पता दूजा दिन केड़ा आवे। हाँ जी। ज्यों भोग किए तेता दुख लागे, नाम बसारे पाव जल पिया। असी दुनिया की ऐशो अशर दे विच पै के की करदे हां, ईश्वर का नाम ही बसार देने। उस पासे साडा ध्यान नहीं होंदा। जिस पासे साडा ध्यान होएगा उही काम होना है। जे दुनिया वाल साडा, दुनिया की ऐशो अशरत वाल ध्यान होएगा, फिर परमात्मा वाल साडा ध्यान नहीं होंदा। इसे वास्ते साईं बुल्ले शाह नूं शाह नैत ने पनीरी पुड़द्यां ही सबक दे दिता सी। एवें सिर्फ थोड़ा ही फर्क है। जिस तरह एक गड्डी का कांडा बदलते है, दूसरी लैन ते लै जांदे। कांडा बदलना है, वो लैन दूसरी ते गड्डी चला जाती है। इसी तरह असी भी अपनी लैन बदलनी है। जिस लैन ते असी तुर रहे हैं वो लैन छड्डनी है, और जिहड़ी ईश्वर के घर नूं लैन जा रही है असी उस लैन ते तुरना है। जदों संत महापुरख आउंदे है वो सानू यही समझाउंदे। साईं बुल्ले शाह नूं सिर्फ पनीरी पुड़द्यां शाह नैत ने कहा, बुलिया रब दा की पाउणा है, इधरों पुट के इधर लाउणा है। साईं बुल्ले शाह नूं कहा, इथों पनीरी पुटी इधर ला दिती है। मकसद की सी कि दुनिया वालों मन पुटना है और परमात्मा की तरफ लगाना है। सिर्फ इन्ना ही काम हैगा, ये ज़्यादा काम नहीं। सिर्फ सानू दुनिया चों मन पुट के परमात्मा की तरफ लगाना है। दुनिया वाल साड़ा मन जड़ा ये बराए नाम रहना चाहिए। रहना जरूर है
क्योंकि हजूर कई बार फरमाते होंदे सी असी सारे काम करने हैं, असी खेतीबाड़ी भी करनी है, नौकरी भी करनी है, मजदूरी भी करनी है, दुकानदारी भी करनी है, हर एक काम करना है। लेकिन वो किस वास्ते करना है? जिहड़ा साडा शरीर है ये तत्तां दा बनिया, ये शरीर की कामयाबी वास्ते मिट्टी, अग, हवा ते पानी, ये चार चीज़ां रलियां तां ते साडा पुतला शरीर बन गया। और साडे अंदर जिहड़ी रूह आत्मा है उहदी खुराक है शब्द। ये जिहड़ियां खुराकां असीं पैदा करनियां ने ये सिर्फ ऐस शरीर वास्ते कि साडा शरीर कायम रहे। मिट्टी रोज़ जिहड़ी असीं खाना खाने आ, ये रोज़ दे रोज़ मिट्टी सानूं नवीं देना पैंदी है। मिट्टी नूं नवा पानी सानूं देना पैंदा रोज़ दा रोज़। हवा दे वक्त सानूं हवा नूं जिहड़ा हवा तत्त है उस नूं भी उहदी खुराक देना पैंदी है। अगन तत्त जिहड़ा है उहदी खुराक भी सानूं वक्त सिर देना पेगी। पर जिहड़ी रूह की खुराक है साडी दी, साडी आत्मा की खुराक है वो शब्द है। ਉਹਦੇ बारे संत कहते हैं भाई ये काम तेरे ਜਿਹੜੇ है जदों तेरा शरीर खत्म होए सारे खत्म हो जाने, लेकिन जिहड़ी तू रूह की खुराक देनी है उस खुराक ने ही तैनूं अपने कर लेना है। खाना खाधा मैला बन गया, कपड़ा पाया पट गया, इस शरीर दे विच जो भी शरीर नूं असीं देने आ वो खत्म हो जाता है। और ये वास्ते जो असी इकट्ठा करने वो भी साडा रह जाता है। सिर्फ जिहड़ा असी रूह की खुराक शब्द की कमाई करनी है, वो खुराक जिहड़ी असी आत्मा नूं देनी है उस खुराक ने ही साडे नाल जाना, वो साडी असली जायदाद है। जे मार के गिने ना कोसा हर का नाम तेरे संग तोसा। ऐ पुरुष जिस मार्ग तू तुरना है वो बहुत लंबा मार्ग है। तू की खाएगा रस्ते विच, ये खुराक तो तेरी जानी नहीं। वो जिहड़ी नाम की कमाई करेगा, जिहड़ा ईश्वर की भगती करेगा वो तेरी खुराक बन जाएगी। ये बारे असी कभी सोचिया नहीं। गुरु साहब जी सानू समझा रहे हैं, ऐ मूर्ख तू दुनिया की ऐशो अशरत दुनिया की लाइतां दे विच अपना वक्त गवा दिता, लेकिन ईश्वर का नाम बसार दिता। इतना तू इन्हां लाइतां च फस गया, इतने ऐशो अशर च फस गया कि परमात्मा का ना ही बिसर गया तेरे पासों। तेरा फर्ज सी कि ईश्वर का नाम नहीं बसार, ये बराए नाम रख इन्हों। और ईश्वर का नाम जिहड़ा है वो तेरा भगती जिहड़ी है तू भगती करनी चाहिए, नाम जपना चाहिए, जिहड़ी तेरी असली जायदाद है, जिसने तेरे साथ जाना है। हाँ जी। धन धन दे गर्भ गया, धन धन देखत गर्भ गया। गुरु साहब जी हुण सानू हर चीज़ जिहड़ी है दस रहे है, और जिथे असी भुलते हैं तन धन देख के, कुछ तो असी अपने शरीर नूं देख के भी भुल जाते हैं। अपना शरीर देख के, खूबसूरती देख के, अकलबंदी देख के ये भी असी भुल जाते हैं कि साडे वर्गा कोई नहीं। दुनिया का धन जिहड़ा है जद ये भी साडे पास आउंदा है, इहनूं देख के असी भुल जाते हैं। ना साडा शरीर रहना, ना दुनिया का धन रहना, ये सब कुछ इत्थे ही खत्म हो जाना। इत्थे बनिया इत्थे ही रह जाता है। सिर्फ जो पिछे दसिया है कि साड़ी रूह की खुराक जिहड़ी शब्द है, ईश्वर की भगती है, वही साढ़े साथ जानी, वो साड़ी असली जायदाद है।
ਬਾਕੀ ਗੁਰੂ ਸਾਹਿਬ ਜੀ ਫਰਮਾਉਂਦੇ ਆ, ਤੂੰ ਹੰਕਾਰ ਕਿਹੜੀ ਚੀਜ਼ ਦਾ ਕਰ ਰਿਹਾ? ਕੀ ਹੈ ਸਰੀਰ ਜਿਹੜਾ ਐਸੀ ਬਿਮਾਰੀ ਲੱਗ ਜਾਏ ਤੇਰੇ ਲਾਗੇ ਵੀ ਕੋਈ ਨਹੀਂ ਆਉਂਦਾ, ਕਿੱਥੇ ਜਾਏਗਾ ਤੇਰਾ ਸੋਹਣਾ ਸਰੀਰ? ਥੋੜ੍ਹੀ ਅਕਲਬੰਦੀ ਕਿੱਧਰ ਜਾਏਗੀ? ਕੋਈ ਐਸੀ ਕੁਦਰਤ ਬਿਮਾਰੀ ਲਾ ਦੇਵੇ, ਇਹ ਬੰਦੇ ਵੱਲ ਦੇਖਣ ਨੂੰ ਦਿਲ ਨਹੀਂ ਕਰਦਾ। ਇਹ ਧਨ ਪਦਾਰਥ ਤੇਰਾ ਜਿਹੜਾ, ਇਹ ਨਹੀਂ ਪਤਾ। ਬਾਣੀ 'ਚ ਲਿਖਿਆ, ਹੇ ਮਾਇਆ, ਗੁਰੂ ਸਾਹਿਬ ਜੀ ਫਰਮਾਉਂਦੇ, ਹੇ ਮਾਇਆ ਮੈਂ ਤੈਨੂੰ ਰੁਲਦਿਆਂ ਦੇਖਿਆ। ਸੋ ਵਾਕਿਆ ਹੀ ਇਸ ਨੂੰ ਰੁਲਦਿਆਂ ਦੇਖਿਆ। ਜਿਨ੍ਹਾਂ ਨੇ 47 ਦਾ ਸਮਾਂ ਦੇਖਿਆ ਹੈ, ਹਿੰਦੁਸਤਾਨ ਪਾਕਿਸਤਾਨ ਬਣਿਆ ਹੈ, ਇਹ ਮਾਇਆ ਇੱਦਾਂ ਰੁਲੀ ਹੈ ਕੌਡੀਆਂ ਦੇ ਪਾ, ਇੱਦਾਂ ਰੁਲੀ ਹੈ, ਜਿੱਥੇ ਆਈ ਉੱਥੇ ਰਹਿ ਗਈ। ਇਹਦਾ ਕੋਈ ਮੁੱਲ ਨਹੀਂ ਪਿਆ, ਕੋਈ ਕੀਮਤ ਨਹੀਂ ਇਸ ਦੀ ਪਈ। ਇਹ ਸਰੀਰ ਇੱਦਾਂ ਰੁਲੇ ਦੇਖੇ ਅਸੀਂ ਕਿ ਜਿੱਦਾਂ ਪੱਠੇ ਕੁਤਰਦੇ ਇੱਦਾਂ ਕੁਤਰੇ ਗਏ, ਕੋਈ ਮੁੱਲ ਨਹੀਂ ਇਹਦਾ ਪਿਆ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਭਾਈ ਦੁਨੀਆ ਦੀ ਐਸ਼ੋ ਅਸ਼ਰ 'ਚ ਪੈ ਗਏ, ਦੁਨੀਆ ਦੇ ਰਸਾਂ 'ਚ ਕਸਾਂ 'ਚ ਪੈ ਗਏ। ਤੂੰ ਕੀ ਕੀਤਾ ਈ? ਇੱਕ ਨਾਮ ਵਸਾਰਿਆ, ਜਿਹੜੀ ਅਸਲੀ ਚੀਜ਼ ਸੀ ਉਹਨੂੰ ਤੂੰ ਵਸਾਰ ਦਿੱਤਾ ਹੈ, ਔਰ ਜਿਹੜੀਆਂ ਝੂਠੀਆਂ ਚੀਜ਼ਾਂ ਸੀ ਉਹਨਾਂ ਦੇ ਨਾਲ ਤੂੰ ਆਪਣਾ ਮਨ ਲਾ ਲਿਆ। ਹਾਂਜੀ। ਕਨਕ ਕਾਮਨੀ ਸਿਉ ਹੇਤ ਵਧਾਏ, ਕੀ ਨਾਮ ਵਸਾਰੇ ਭਰਮ ਗਿਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਿਸ ਪਿਆਰ ਨੂੰ ਤੂੰ ਪਰਮਾਤਮਾ ਦੀ ਤਰਫ ਲਗਾਉਣਾ ਹੈ, ਉਹ ਤੂੰ ਪਿਆਰ ਆਪਣਾ ਪਰਿਵਾਰ 'ਚ ਲਾ ਦਿੱਤਾ, ਉਹ ਸਾਰਾ ਹੀ ਉੱਧਰ ਲਾ ਦਿੱਤਾ। ਤੂੰ ਹਿੱਸੇ ਦਾ ਦੇ, ਕਮ ਸੇ ਕਮ ਹਰ ਚੀਜ਼ ਦਾ ਹਿੱਸਾ ਹੁੰਦਾ ਹੈ। ਕੋਈ ਦੁਨੀਆ ਦੇ ਵਿੱਚ ਜਾਇਦਾਦ ਬਣਾਉਂਦਾ ਹੈ ਅਤੇ ਉਹਦੇ ਘਰ ਦੇ ਹਿੱਸੇ ਬਣਦੇ ਹੈ, ਜਿੰਨਾ ਜਿੰਨਾ ਹਿੱਸਾ ਆਉਂਦਾ ਕਿਸੇ ਨੂੰ ਉਹਨਾਂ ਦਿੰਦੇ ਹੈਗੇ। ਤੂੰ ਕੁਝ ਹਿੱਸਾ ਪਿਆਰ ਦਾ ਜਿਹੜਾ ਪਰਮਾਤਮਾ ਦੀ ਤਰਫ 'ਤੇ ਕੱਢ, ਉਹ ਸਾਰਾ ਹੀ ਜਿਤਨਾ ਵੀ ਹੈ ਸਭ ਤੂੰ ਪਰਿਵਾਰ ਨੂੰ ਵੰਡ ਦਿੱਤਾ। ਤੇਰੇ ਪਾਸ ਕੀ ਰਹਿ ਗਿਆ? ਔਰ ਤੇਰੀ ਅੰਤ ਸਮੇਂ ਕੌਣ ਸੰਭਾਲ ਕਰੇਗਾ? ਕੌਣ ਤੇਰੀ ਬਾਤ ਪੁੱਛੇਗਾ? ਆਮ ਦੁਨੀਆ ਦੇ ਸਿਆਣੇ ਬੰਦੇ ਜਿਹੜੇ ਹੈ, ਔਰ ਕਈ ਦੇਖੇ ਔਰ ਕਈ ਇਹ ਗੱਲਾਂ ਵੀ ਕਰਦੇ ਹੈ ਕਿ ਆਪਣੇ ਵਾਸਤੇ, ਆਪਣੀ ਜ਼ਿੰਦਗੀ ਵਾਸਤੇ ਬੰਦੇ ਨੂੰ ਜਾਇਦਾਦ ਥੋੜ੍ਹੀ ਰੱਖਣੀ ਚਾਹੀਦੀ, ਸਾਰੀ ਨਹੀਂ ਵੰਡਣੀ ਚਾਹੀਦੀ। ਕਈ ਸੱਜਣ ਮਿੱਤਰ ਐਸੇ ਜਿਨ੍ਹਾਂ ਦੇ ਬਾਲ ਬੱਚਾ, ਉਹ ਬਾਲ ਬੱਚੇ ਨੂੰ ਵੰਡ ਕੇ ਆਪਣੇ ਹਿੱਸੇ ਦੀ ਰੱਖ ਲੈਂਦੇ ਹੈ। ਕਿਉਂ ਰੱਖਦੇ ਹੈ? ਕਿ ਇਹਦੇ ਪਿੱਛੇ ਹੀ ਸਾਡਾ ਕੋਈ ਕਦਰ ਕਰੇਗਾ, ਇਸ ਚੀਜ਼ ਦੇ ਪਿੱਛੇ ਹੀ ਸਾਨੂੰ ਕੋਈ ਪੁੱਛੇਗਾ। ਜਿਹਦੇ ਪਾਸ ਹੁੰਦੀ ਨਹੀਂ ਉਹਨੂੰ ਕੋਈ ਪੁੱਛਦਾ ਹੀ ਨਹੀਂ। ਇਸ ਵਾਸਤੇ ਸਾਨੂੰ ਜਿਹੜਾ ਪਿਆਰ ਹੈ, ਉਸ ਪਿਆਰ ਦਾ ਠੀਕ ਅਸੀਂ ਪਿਆਰ ਦੇ ਨਾਲ ਹੀ ਸਾਡੇ ਪਸ਼ੂ ਪਲਦੇ ਹੈ, ਪਿਆਰ ਨਾਲ ਸਾਡੇ ਬੱਚੇ ਪਲ ਸਕਦੇ ਹੈ, ਪਿਆਰ ਨਾਲ ਹੀ ਸਾਡੀ ਹਰ ਚੀਜ਼ ਰਹਿ ਸਕਦੀ ਹੈ, ਅਤੇ ਉਸੇ ਪਿਆਰ ਨਾਲ ਹੀ ਸਾਡਾ ਪਰਮਾਤਮਾ ਵੀ ਸਾਡੇ ਨਜ਼ਦੀਕ ਆ ਸਕਦਾ ਹੈ। ਉਹ ਪਿਆਰ ਸਾਨੂੰ ਹਿੱਸੇ ਦਾ, ਹਰ ਜਗ੍ਹਾ ਸਾਨੂੰ ਹਿੱਸਾ ਪਾਉਣਾ ਚਾਹੀਦਾ ਹੈ। ਕੁਝ ਹਿੱਸਾ ਸਾਨੂੰ ਪਰਮਾਤਮਾ ਦੀ ਤਰਫ ਦੇਣਾ ਚਾਹੀਦਾ ਹੈ। ਜੇ ਸਾਰੇ ਦਾ ਸਾਰਾ ਇੱਕ ਪਾਸੇ ਦੇ ਦਿੱਤਾ, ਫਿਰ ਸਾਡੀ ਬਾਤ ਕੌਣ ਪੁੱਛੇਗਾ? ਐਸੇ ਦੁਨੀਆ 'ਚ ਹੀ ਤੁਸੀਂ ਦੇਖੋ, ਦੁਨੀਆ ਦੀ ਮਿਸਾਲ ਹੈ, ਬਹੁਤ ਸਾਰੇ ਲੋਕਾਂ ਨੇ ਜਿਹੜੇ ਸਿਆਣੇ ਹੈ, ਉਹ ਘਰ ਦੀ ਜਾਇਦਾਦ ਜਿਹੜੀ ਹੈ ਉਹ ਬੇਸ਼ੱਕ ਆਪਣੇ ਬੱਚਿਆਂ ਨੂੰ ਵੰਡ ਕੇ ਦੇਣਗੇ, ਲੇਕਿਨ ਆਪਣੀ ਵੀ ਰੱਖਣਗੇ। ਕਿਸ ਵਾਸਤੇ ਰੱਖਣਗੇ? ਕਿ ਕੋਈ ਹੋਰ ਨਹੀਂ ਤੇ ਜਾਇਦਾਦ ਵਾਸਤੇ ਤਾਂ ਸਾਨੂੰ ਪੁੱਛੂਗਾ ਕੋਈ, ਇਸ ਦੇ ਲੈਣ ਵਾਸਤੇ ਤਾਂ ਸਾਡੀ ਕੋਈ ਸੰਭਾਲ ਕਰੇਗਾ। ਇਸੇ ਤਰ੍ਹਾਂ ਅਸੀਂ ਵੀ ਪਿਆਰ ਜਾਇਦਾਦ ਜਿਹੜੀ ਹੈ, ਇਹ ਠੀਕ ਅਸੀਂ ਇਹ ਕੋਈ ਚੀਜ਼ ਪਿਆਰ ਦੇ ਨਾਲ ਪਲ ਸਕਦੀ ਹੈ, ਔਰ ਪਿਆਰ ਦੇ ਬਿਨਾਂ ਨਹੀਂ ਪਲ ਸਕਦੀ। ਪਰ ਜੇ ਅਸੀਂ ਪਰਮਾਤਮਾ ਦੀ ਤਰਫ ਉਹ ਹਿੱਸਾ ਥੋੜ੍ਹਾ ਬਹੁਤਾ ਨਾ ਦਿੱਤਾ, ਅਤੇ ਫਿਰ ਸਾਡੇ ਪੱਲੇ ਕੀ ਰਿਹਾ? ਅਸੀਂ ਸਭ ਕੁਝ ਦੁਨੀਆ 'ਚ ਵੰਡ ਦਿੱਤਾ, ਸਾਰਾ ਕੁਝ ਦੁਨੀਆ 'ਚ ਵੰਡ ਦਿੱਤਾ, ਸਾਡੇ ਪੱਲੇ ਕੀ ਰਹਿ ਗਿਆ? ਸਾਡੇ ਪੱਲੇ ਤਾਂ ਉਹੀ ਹੈ ਜਿਹੜਾ ਪਰਮਾਤਮਾ ਦੀ ਭਗਤੀ ਕਰਨੀ,
उधर जड़ा असी प्यार लाना है, जड़ा उधर असी प्यार लावांगे उहदा सानू बहुत बड़ा फायदा होएगा। बाबे फरीद ने फरमाया बाणी विच, फरीदा तू हो रहो मेरा, है फरीद तू हो रहो मेरा ते सब जग तेरा। क्यों कि तू मेरा बन, जगत मेरा है। जे तू मेरा बन जाएगा तो सारा जगत तेरा आदर मान करेगा। जेड़े परमात्मा दे बन गए है, पिछले इतिहास पढ़ के तुसी देखो, जेड़े ऋषि मुनि हौलीए पकंबर संत महापुरख जिन्हां ने ईश्वर की भगती की है, कि उन्हां दा जगत बनया नहीं? जगत उन्हां दा आदर मान नहीं कर रहा। उहदे वो बने हैं, सारी दुनिया उन्हां दा आदर मान करती है। अज भी दुनिया तो भावें वो साड़ी अखां दे ओले होए है, तो तमाम दुनिया उन्हां दे दिन तिहार मनाउंदी है, लखां रुपए उन्हां दिनां ते लगांदे है। क्यों? उहदे बने है, तद दुनिया भी जिहड़ी उहदी बनी है। इसे वास्ते बाबे फरीद ने बाणी च फरमाया, फरीदा तू हो रो मेरा, तू मेरा बन ते सही, तू जगत दा ही नहीं बन जा, तू जगत ने तेरे नहीं बनना। इदां पहला तू मेरा बन ते जगत मेरा सारा, फिर जगत तेरा बन जाएगा। असी जगत नूं बनाना चाहते हैं अपना, वो जगत साडा बनता नहीं, क्योंकि जगत के मालक नूं असी अपना बनाईए, जगत के मालक दे असी अपना बनीए, आपां बनीए फिर जगत साडा बन सकता है। ये बड़ी डूंगी मिसाल है, बाबे फरीद ने जो फरमाई बहुत ही डूंगी मिसाल है। ये बहुत सोचण वाली है। जेड़े जेड़े भी परमात्मा दे बने हैं, कुछ हिस्सा प्यार का उस पासे वंडिया उन्होंने, कि उन्हों का जगत बनया नहीं। हर एक उन्हों का आदर मान करता है, चाहे वो किसी जात जमात चों होए है, चाहे कोई स्त्री होया, चाहे कोई मनुष्य है, चाहे कोई हिंदू है, चाहे मुसलमान है, कि उन्हों का आदर मान नहीं असी लोग सारे लोग करते। इस वास्ते गुरु साहब जी फरमाउंदे है कि तू सारा ही प्यार ना वंड दे, इधर कुछ प्यार रख लै जिहड़ा परमात्मा की तरफ लगाना है, कुछ हिस्सा अपने पास भी रख लै, तेरी भी बात कोई पूछे। हाँ जी। जत सत संजम सील ना राखे प्रेत पिंजर है काष्ट पै। गुरु साहब जी बड़े प्यार दे नाल फरमा रहे है, जिहड़ी जायदाद तू रखनी सी वो जायदाद भी वंड दिती तू, ते तेरे पास की रह गया फिर? जत सत संजम सील ना रखिया प्रेत पिंजर माए कष्ट पिया। जिस जायदाद नूं तू रखना सी, जिहदे पिछे तेरा परमात्मा ने कदर करना सी, परमात्मा ने वो जायदाद तू तो स्कीम कर दी सारी दुनिया दे विच। फिर तेरी हालत की होई? प्रेतां दे जन्म विच आउणा पिया, प्रेतां दे जन्म विच आउणा पिया, भूतां प्रेतां दे विच। भूतां प्रेतां दे जन्म जिहड़े चार ने, भूत प्रेत जिन किण, ये चार जातां इन्हां दियां ने, बड़े छोटे हैगे इन्हां विच भी। गुरु साहब जी जो बाणी च फरमा रहे, ठीक फरमा रहे है कि जिहड़ी जायदाद सी तेरी, जिहदे नाल तेरा परमात्मा ने कदर करना सी, वो जायदाद तू सारी वंड दिती हैगी दुनिया विच। परमात्मा तेरा की कदर करेगा? हाँ जी। जत सत संजम सील ना राखे प्रेत पिंजर में है काष्ट पै। पुन दान स्नान ना संजम साध संगत में बाद जाए। मुड़ के पढ़ो, गल बनी नहीं।
ਪੁੰਨ ਦਾਨ ਇਸਨਾਨ ਨਾ ਸੰਜਮ, ਸਾਧ ਸੰਗਤ ਬਿਨ ਬਾਦ ਜਾਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਤੂੰ ਪੁੰਨ ਦਾਨ ਵੀ ਕਰਦਾ ਹੈ ਔਰ ਵੀ ਬੜਾ ਕੁਛ ਕਰਦਾ ਹੈ, ਪਰ ਸਾਧ ਸੰਗਤ ਦੇ ਬਿਨਾਂ ਇਹ ਸਾਰਾ ਬਾਤ ਗਿਆ। ਜਦ ਤੱਕ ਤੈਨੂੰ ਸਾਧੂ ਦੀ ਸੰਗਤ ਨਹੀਂ ਮਿਲਦੀ, ਤੈਨੂੰ ਪੁੰਨ ਦਾਨ ਦਾ ਹੀ ਪਤਾ ਨਹੀਂ ਪੁੰਨ ਦਾਨ ਕੀ ਕਰਨਾ ਹੈਗਾ ਅਤੇ ਕਿਹਨੂੰ ਕਰਨਾ ਹੈ ਅਤੇ ਕਿਹਦੇ ਪਾਸੋਂ ਸਾਨੂੰ ਪੁੰਨ ਕਰਾਂਗੇ ਤਾਂ ਸਾਨੂੰ ਕੁਝ ਮਿਲੇਗਾ। ਗੁਰੂ ਸਾਹਿਬ ਜੀ ਮਾਘ ਦੇ ਮਹੀਨੇ 'ਚ ਫਰਮਾਉਂਦੇ ਹੈ, ਮਾਘ ਮੰਜਨ ਸੰਗ ਸਾਧੂਆਂ, ਮਾਘ ਮੰਜਨ ਸੰਗ ਸਾਧੂਆਂ, ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਫੇਰ ਸਭਨਾਂ ਨੂੰ ਕਰ ਦਾਨ। ਸੰਤ ਦਾਨ ਕਰਾਉਂਦੇ ਹੈ। ਸਵਾਮੀ ਜੀ ਮਹਾਰਾਜ ਵੀ ਬਾਣੀ 'ਚ ਫਰਮਾਇਆ, ਗੁਰ ਨਹੀਂ ਭੁੱਖਾ ਤੇਰੇ ਧਨ ਕਾ, ਕਿ ਸਤਿਗੁਰ ਤੇਰੇ ਧਨ ਦਾ ਭੁੱਖਾ ਨਹੀਂ, ਉਹਨਾਂ ਦੇ ਪਾਸ ਭਗਤੀ ਨਾਮ ਦਾ ਧਨ ਬੇਸ਼ੁਮਾਰ ਹੈ, ਪਰ ਤੇਰਾ ਪਰਉਪਕਾਰ ਕਰਾਵੇ, ਭੁੱਖੇ ਪਿਆਸੇ ਕੋ ਦਿਲਵਾਵੇ। ਉਹ ਤੇਰਾ ਪਰਉਪਕਾਰ ਕਰਾਉਂਦੇ ਹੈ ਜਿਹੜਾ ਭੁੱਖਾ ਪਿਆਸਾ ਹੈ, ਈਸ਼ਵਰ ਦੀ ਭਗਤੀ ਕਰਦਾ ਹੈ, ਜਾਂ ਕਿਸੇ ਰਾਹ ਰਸਤੇ 'ਤੇ ਉਹ ਚੰਗੇ ਪਾਸੇ ਤੇਰਾ ਧਨ ਲਵਾਉਣਗੇ, ਜਿਹਦੇ ਵਿੱਚੋਂ ਤੈਨੂੰ ਕੁਛ ਮਿਲੇਗਾ। ਅਸੀਂ ਕਿਸੇ ਸ਼ਰਾਬੀ ਨੂੰ ਆਪਣੇ ਦਾਨ ਕਰ ਦਿੰਦੇ ਹਾਂ, ਉਹ ਸਾਡੇ ਦਾਨ ਦਾ ਸ਼ਰਾਬ ਪੀ ਲਏਗਾ, ਸਾਨੂੰ ਕੀ ਮਿਲੇਗਾ। ਕਿਸੇ ਜੁਆਰੀਏ ਨੂੰ ਅਸੀਂ ਦਾਨ ਕਰ ਦਿੰਦੇ ਹਾਂ, ਉਹ ਸਾਡੇ ਪੈਸੇ ਜੂਏ 'ਚ ਰਾ ਦੇਗਾ, ਸਾਨੂੰ ਕੀ ਮਿਲੇਗਾ। ਜਦੋਂ ਗੁਰੂ ਨਾਨਕ ਦੇਵ ਜੀ ਨੇ 20 ਰੁਪਈਏ ਦਾਨ ਕੀਤਾ ਸੀ, ਮਹਿਤੇ ਕਾਲੂ ਨੇ ਕਿਹਾ ਕਿ ਜਾਓ ਕੋਈ ਖਰਾ ਸੌਦਾ ਕਰਕੇ ਆਓ, ਅਤੇ ਬਾਹਰ ਗਏ, ਦੇਖਿਆ ਸਾਧ ਮੰਡਲੀ ਬੈਠੀ ਸੀ। ਉਹਨਾਂ ਸੋਚਿਆ ਕਿ ਸਾਧੂ ਨੇ, ਇਹਨਾਂ ਨੂੰ ਅੰਨ ਪਾਣੀ ਖਵਾ ਦਈਏ 20 ਰੁਪਈਆਂ ਦਾ, ਅਤੇ ਹੋਰ ਇਹਦੇ ਨਾਲੋਂ ਖਰਾ ਸੌਦਾ ਕਿਹੜਾ ਹੈਗਾ। ਸਾਨੂੰ ਉਹਦੇ ਵਿੱਚੋਂ ਕੁਛ ਮਿਲਣਾ ਹੈ, ਜਿਹੜਾ ਭਜਨ ਕਰੀਏਗਾ, ਸਾਧ ਸੰਗਤ ਈਸ਼ਵਰ ਦਾ ਨਾਮ ਜਪੇਗਾ, ਅਸੀਂ ਉੱਥੇ ਦਾਨ ਕਰਾਂਗੇ, ਉਹਦੇ ਵਿੱਚੋਂ ਸਾਨੂੰ ਫਾਇਦਾ ਮਿਲੇਗਾ। ਉਹਦੇ ਵਿੱਚੋਂ ਫਾਇਦਾ ਸਾਨੂੰ ਮਿਲੇਗਾ। ਅਗਰ ਅਸੀਂ ਕਿਸੇ ਜੁਆਰੀਏ ਨੂੰ ਦਾਨ ਕਰ ਦਿਆਂਗੇ, ਸਾਨੂੰ ਕੁਛ ਨਹੀਂ ਮਿਲੇਗਾ। ਕਿਸੇ ਸ਼ਰਾਬੀ ਨੂੰ ਦਾਨ ਕਰ ਦਿਆਂਗੇ, ਸਾਨੂੰ ਕੁਛ ਨਹੀਂ ਮਿਲੇਗਾ। ਕਿਸੇ ਭੈੜੇ ਬੰਦੇ ਨੂੰ ਦਾਨ ਕਰ ਦਿਆਂਗੇ, ਜਿਹੜਾ ਉਹ ਗਲਤ ਪਾਸੇ ਕਿਤੇ ਕੰਜਰਾਂ ਦੇ ਘਰ ਸੁੱਟ ਦੇ ਜਾਂ ਕਿਤੇ ਹੋਰ 'ਤੇ ਸੁੱਟ ਦੇਗਾ, ਸਾਨੂੰ ਉਹਦਾ ਕੁਛ ਨਹੀਂ ਮਿਲੇਗਾ। ਭਾਵੇਂ ਅਸੀਂ ਕਰੋੜਾਂ ਰੁਪਈਏ ਦਾਨ ਕਰ ਦਿਆਂਗੇ, ਅਸੀਂ ਮਾਣ ਵੀ ਕਰਾਂਗੇ ਅਸੀਂ ਦਾਨ ਕੀਤਾ ਹੈ, ਸਾਨੂੰ ਮਿਲਣਾ ਕੁਛ ਨਹੀਂ। ਅਗਰ ਅਸੀਂ ਕਿਸੇ ਸਾਧ ਸੰਗਤ ਵਿੱਚ ਜਿਹੜੀ ਨਾਮ ਜਪਦੀ ਈਸ਼ਵਰ ਦੀ ਭਗਤੀ ਕਰਦੇ ਹੈ, ਉਹਦੇ ਵਿੱਚ ਜਿਹੜਾ ਅਸੀਂ ਦਾਨ ਕਰਾਂਗੇ, ਉਹਦੇ ਵਿੱਚੋਂ ਸਾਨੂੰ ਕੁਝ ਮਿਲੇਗਾ। ਹੋਰ ਕਿਤੇ ਉਹ ਨਹੀਂ ਸਾਨੂੰ ਮਿਲ ਸਕਦਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ, ਦਾਨ ਪੁੰਨ ਇਸ਼ਨਾਨ ਅਸੰਜਮ, ਜੋ ਅਸੀਂ ਕਰਦੇ ਹਾਂ ਸਾਧ ਸੰਗਤ ਬਿਨਾਂ ਸਾਧ ਸੰਗਤ ਦੇ ਬਾਅਦ ਗਿਆ। ਅਗਰ ਸਾਧੂ ਦੀ ਸੰਗਤ ਨਹੀਂ, ਤੇ ਤੇਰੇ ਦਾਨ ਪੁੰਨ ਅਤੇ ਸੰਜਮ ਇਸ਼ਨਾਨ ਜਿਹੜੇ ਬਿਲਕੁਲ ਕੁਛ ਨਹੀਂ ਤੈਨੂੰ ਮਿਲੇਗਾ ਇਹਦਾ। ਅਗਰ ਸਾਧੂ ਦੀ ਸੰਗਤ ਤੂੰ ਕਰੇਗਾ ਅਤੇ ਸਾਧੂ ਦੇ ਹਿਸਾਬ ਨਾਲ ਤੂੰ ਵਰਤੇਗਾ, ਅਤੇ ਤੈਨੂੰ ਹਰ ਇੱਕ ਚੀਜ਼ ਦਾ ਫਾਇਦਾ ਮਿਲੇਗਾ। ਸੰਤ ਕਾ ਦਰਸ਼ਨ ਪੂਰਨ ਇਸ਼ਨਾਨ, ਇਸ਼ਨਾਨ ਇਸ ਪਾਣੀ ਦੇ ਨਾਲ ਸਾਡੇ ਕਰਮ ਨਹੀਂ ਜਾ ਸਕਦੇ। ਉਹ ਸਾਡੇ ਕਰਮ ਜਾਣ ਵਾਸਤੇ ਹੋਰ ਚੀਜ਼ ਹੈ, ਜਿਹਦੇ ਨਾਲ ਸਾਡੇ ਕਰਮ ਨਾਸ਼ ਹੋਣੇ ਹੈ। ਪਰੀਏ ਹੱਥ ਪੈਰ ਤਨ ਦੇ, ਲਾ ਪਾਣੀ ਉਤਰ ਸੁਖੇ, ਮੂਤ ਪਲੀਤ ਕੱਪੜ ਹੋ, ਲਾ ਸਬੂਣ ਲਈਏ ਧੋ, ਪਰੀਏ ਮਤ ਪਾਪਾਂ ਕੇ ਸੰਗ, ਬੋ ਤੇਰੇ ਨਾਮੇ ਕੇ ਰੰਗ। ਜਿਹੜੇ ਅਸੀਂ ਇਸ਼ਨਾਨ ਕਰਦੇ ਹਾਂ, ਉਹ ਸਿਰਫ ਅਸੀਂ ਇਸ ਸਰੀਰ ਦੀ ਮਿੱਟੀ ਘਟਾ ਹੀ ਲਾ ਸਕਦੇ ਹਾਂ, ਔਰ ਸਾਬਣ ਸੋਡੇ ਨਾਲ ਆਪਣੇ ਕੱਪੜੇ ਸਾਫ਼ ਕਰ ਸਕਦੇ ਹਾਂ। ਸਾਡਾ ਅੰਦਰਲਾ ਸ਼ੀਸ਼ਾ ਸਾਫ਼ ਨਹੀਂ ਹੋ ਸਕਦਾ। ਅੰਦਰਲਾ ਸ਼ੀਸ਼ਾ ਸਾਡਾ ਨਾਮ ਨਾਲ ਸਾਫ਼ ਹੋਏਗਾ, ਨੇਕ ਪਾਕ ਕੰਮ ਕਰਨ ਨਾਲ ਹੀ ਸਾਡਾ ਸਾਫ਼ ਹੋਏਗਾ, ਇਸ ਤਰ੍ਹਾਂ ਨਹੀਂ ਹੋਏਗਾ।
ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ। ਬੇਸ਼ੱਕ ਅਸੀਂ ਦਾਨ ਪੁੰਨ ਕਰ ਲਈਏ, ਇਸ਼ਨਾਨ ਕਰ ਲਈਏ, ਕੋਈ ਸੰਜਮ ਰੱਖ ਲਈਏ, ਜਦ ਤੱਕ ਕਿਸੇ ਸਾਧੂ ਦੀ ਸੰਗਤ ਨਹੀਂ। ਪਰ ਸਾਧੂ ਬਥੇਰੇ ਹੈਗੇ। ਸਾਧੂਆਂ 'ਚ ਬੜਾ ਫਰਕ ਹੈ। ਜਿਨ੍ਹਾਂ ਨੇ ਮਨ ਦੀ ਸਾਧਨਾ ਕੀਤੀ ਹੈ, ਜਿਨ੍ਹਾਂ ਨੇ ਉਸ ਮਾਲਕ ਦੀ ਬੰਦਗੀ ਕੀਤੀ ਹੈ, ਜਿਨ੍ਹਾਂ ਦੇ ਅੰਦਰ ਉਹ ਜਤ ਸਤ ਹੈ, ਉਹਨਾਂ ਸਾਧੂਆਂ ਦੇ ਬਾਰੇ ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਅਗਰ ਉਹਨਾਂ ਦੀ ਸੰਗਤ ਕੀਤੀ ਜਾਏਗੀ ਤਾਂ ਸਾਨੂੰ ਕੁਛ ਨਾ ਕੁਛ ਫਲ ਮਿਲੇਗਾ। ਹਾਂਜੀ। ਪੁੰਨ ਦਾਨ ਇਸਨਾਨ ਨਾ ਸੰਜਮ, ਸਾਧ ਸੰਗਤ ਬਿਨ ਬਾਦ ਜਾਹਿਆ। ਲਾਲਚ ਲਾਗੈ ਨਾਮ ਵਿਸਾਰਿਓ, ਆਵਤ ਜਾਵਤ ਜਨਮ ਗਿਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਐ ਪੁਰਸ਼ ਤੂੰ ਲਾਲਚ ਪੈ ਗਿਆ, ਲਾਲਚ ਵਿੱਚ ਪੈ ਕੇ ਆਵਤ ਜਾਵਤ ਜਨਮ ਗਿਆ, ਤੇਰਾ ਜਨਮ ਹੀ ਬਰਬਾਦ ਹੋ ਜਾਂਦਾ ਹੈ। ਇੱਕ ਵਾਰ ਗੁਰੂ ਸਾਹਿਬ ਜੀ ਇੱਕ ਸ਼ਹਿਰ ਦੇ ਵਿੱਚੋਂ ਲੰਘ ਰਹੇ ਸਨ, ਬਾਹਰ ਜਾ ਕੇ ਡੇਰਾ ਲਾ ਲਿਆ। ਮਰਦਾਨੇ ਨੇ ਪੁੱਛਿਆ, ਸੱਚੇ ਪਾਤਸ਼ਾਹ ਇਹ ਲੋਕ ਕੀ ਖਾਂਦੇ ਆ, ਚੁੱਪ ਕਰਕੇ ਬੈਠੇ ਹੈ। ਮਰਦਾਨੇ ਨੂੰ 1 ਰੁਪਈਆ ਦਿੱਤਾ, ਜਾ ਮਰਦਾਨਿਆ ਫਲਾਣੀ ਚੀਜ਼ ਲਿਆ। ਮਰਦਾਨਾ ਜਦੋਂ ਲੈ ਕੇ ਆਇਆ ਤੇ ਗੁਰੂ ਸਾਹਿਬ ਨੇ ਕਿਹਾ ਇਹ ਚੰਗੀ ਨਹੀਂ ਹੈਗੀ, ਜਾਂ ਇਹਨੂੰ ਵਾਪਸ ਕਰ। ਜਦੋਂ ਵਾਪਸ ਕਰਨ ਗਿਆ ਤਾਂ ਉਹਨਾਂ ਨੇ ਕੁਛ ਤੋਲ ਵਿੱਚ ਘਟਾ ਦਿੱਤੀ ਅਤੇ ਕੁਛ ਉਹ ਸੈਕਿੰਡ ਹੈਂਡ ਚੀਜ਼ ਹੋ ਗਈ। ਉਹਨਾਂ 14 ਆਨੇ ਦਿੱਤੇ। ਫਿਰ ਆਇਆ, ਗੁਰੂ ਸਾਹਿਬ ਨੇ ਕਿਹਾ ਵੀ ਜਾਂ ਫਲਾਣੀ ਚੀਜ਼ ਲਿਆ। ਫਿਰ 14 ਆਨੇ ਦੀ ਲੈਣ ਗਿਆ। ਫਿਰ ਜਿਲੇ ਲੈ ਕੇ ਆਏ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਚੰਗੀ ਹੈਗੀ, ਇਹਨੂੰ ਵਾਪਸ ਕਰਕੇ ਆ। ਉਹਨਾਂ ਨੇ ਉਹਦੇ 12 ਆਨੇ ਦਿੱਤੇ। ਵਾਪਸ ਕੀਤੀ ਜਦੋਂ, ਇਸ ਤਰ੍ਹਾਂ ਘਟਾਉਂਦੇ ਉਹ ਰੁਪਈਆ ਖਤਮ ਹੋ ਗਿਆ। ਜਦੋਂ ਰੁਪਈਆ ਖਤਮ ਹੋ ਗਿਆ ਤੇ ਗੁਰੂ ਸਾਹਿਬ ਨੇ ਕਿਹਾ, ਮਰਦਾਨਿਆ ਸੌਦਾ ਵੀ ਸਾਡੇ ਪਾਸ ਹੈ ਨਹੀਂ ਕੋਈ ਵੀ, ਅਤੇ ਰੁਪਈਆ ਵੀ ਸਾਡੇ ਪਾਸ ਨਹੀਂ, ਇਹ ਰੁਪਈਆ ਕਿੱਧਰ ਗਿਆ? ਮਹਾਰਾਜ ਪਤਾ ਨਹੀਂ ਲੱਗਾ ਰੁਪਈਆ ਕਿੱਧਰ ਗਿਆ, ਸੌਦਾ ਵੀ ਕੋਈ ਨਹੀਂ ਅਤੇ ਰੁਪਈਆ ਵੀ। ਇਹੋ ਕੁਝ ਖਾਂਦੇ ਨਹੀਂ ਇਹ ਜਿਨ੍ਹਾਂ ਨੂੰ ਤੂੰ ਕਿਹਾ ਵੀ ਚੁੱਪ ਕਰੀਏ ਬੈਠੇ ਤੇ ਨਹੀਂ, ਕੀ ਖਾਂਦੇ ਹੈ? ਇਹੋ ਕੁਝ ਖਾਂਦੇ ਨਹੀਂ ਇਹ। ਦੱਸ, ਤੇਰਾ ਰੁਪਈਆ ਵੀ ਹੈ ਨਹੀਂ, ਸੌਦਾ ਵੀ ਹੈ ਨਹੀਂ। ਇਸੇ ਤਰ੍ਹਾਂ ਮਿਸਾਲ ਸਾਡੇ ਜਨਮ ਦੀ ਹੈ। ਇਹ ਜਨਮ ਸਾਡਾ, ਅਸੀਂ ਲਾਲਚ ਵਿੱਚ ਪੈ ਗਏ, ਉਹ ਲਾਲਚ 'ਚ ਪੈ ਕੇ ਆਉਣ ਜਾਣ ਵਿੱਚ ਸਾਡਾ ਜਨਮ ਹੀ ਮੁੱਕ ਗਿਆ। ਇਹ ਮਨੁੱਖਾ ਜਨਮ ਹੀ ਸਾਡਾ ਖਤਮ ਹੋ ਗਿਆ। ਹਾਂਜੀ। ਜਾ ਜਮ ਧਾਏ ਕੇਸ ਗਹਿ ਮਾਰੇ, ਸੁਰਤ ਨਹੀਂ ਮੁਖ ਕਾਲ ਗਿਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਿਸ ਵਕਤ ਉਹ ਸਮਾਂ ਸਾਡੇ 'ਤੇ ਆਉਣਾ, ਸਾਡੇ ਦੇ ਜਮ ਦੂਤਾਂ ਨੇ ਸਾਡੀ ਰੂਹ ਆਤਮਾ ਕੱਢਣ ਲੈ ਵਾਸਤੇ ਆ ਜਾਣਾ ਹੈ, ਔਰ ਸਾਨੂੰ ਕੇਸਾਂ ਨੂੰ ਫੜ ਕੇ ਉਹਨਾਂ ਭੜਕਾ ਕੇ ਜ਼ਮੀਨ 'ਤੇ ਮਾਰਨਾ। ਸਾਡੀ ਸਾਰੀ ਹੋਸ਼ ਭੁੱਲ ਜਾਣੀ, ਸਾਡੀ ਰੂਹ ਆਤਮਾ ਨੂੰ ਕੱਢ ਕੇ ਉਹਨਾਂ ਲੈ ਜਾਣਾ। ਤੁਸੀਂ ਦੇਖਿਆ ਕਈ ਵਾਰ ਕਈ ਮ੍ਰਿਤੂ ਐਸੀਆਂ ਹੁੰਦੀਆਂ ਨੇ ਕਿ 8-8 ਦਿਨ ਪਹਿਲਾਂ ਹੀ ਉਹਨਾਂ ਦੀ ਜ਼ਬਾਨ ਬੰਦ ਹੋ ਜਾਂਦੀ, ਬੇਹੋਸ਼ ਹੋ ਜਾਂਦੇ, ਬੇਹੋਸ਼ ਹੋ ਜਾਂਦੇ ਹੈ, ਕੋਈ ਹੋਸ਼ ਹੀ ਨਹੀਂ ਰਹਿੰਦੀ। ਕਿਉਂ? ਉਹਨਾਂ ਨੂੰ ਜਮਦੂਤਾਂ ਦੀ ਮਾਰ ਪੈਂਦੀ ਔਰ ਤੜਫਦੇ ਹੈ, ਰੋਂਦੇ ਹੈ, ਪਿੱਟਦੇ ਹੈ। ਜਿਹੜੇ ਨਾਮ ਜਪਦੇ ਆ ਉਹਨਾਂ ਨੂੰ ਨਹੀਂ ਪੈਂਦੀ। ਜਿਹਦੇ ਪਾਸ ਉਹ ਮੋਹਰ ਲੱਗੀ ਹੋਏਗੀ ਉਹਨੂੰ ਨਹੀਂ, ਜਮਦੂਤ ਉਹਦੇ ਲਾਗੇ ਨਹੀਂ ਆਉਣਗੇ, ਨਾ ਹੀ ਉਹਦੀ ਰੂਹ ਨੂੰ ਕੱਢ ਸਕਦੇ। ਸ਼ਬਦ ਸੁਣੇ ਸੋ ਦੂਰੋਂ ਭਾਗੇ, ਮਤ ਮਾਰੇ ਜੀਓ ਬੇਪਰਵਾਹ। ਸ਼ਬਦ ਸੁਣ ਕੇ ਦੂਰੋਂ ਨੱਸ ਜਾਂਦੇ ਹੈ ਕਿ ਭਾਈ ਅਸੀਂ ਇਹਦੀ ਰੂਹ ਆਤਮਾ ਨੂੰ ਨਹੀਂ ਕੱਢਣਾ। ਜੇ ਅਸੀਂ ਇਸ ਨੇ ਕੁਛ ਕਿਹਾ, ਇਹ ਉਸ ਪਰਮਾਤਮਾ ਪਾਸੋਂ ਮਰਵਾਏਗਾ। ਇਹਦੇ ਪਾਸ ਤੇ ਦਰਗਾਹ ਦਾ ਪਾਸਪੋਰਟ ਹੈ।
इस वास्ते गुरु साहब जी जो बाणी 'ਚ फरमा रहे ठीक फरमा रहे है कि जद भी साडा समा आउंदा है जमदूत सानू फड़ के पुड़का के जमीन ते मार दिया, असी बेहोश हो जाते हैं और साड़ी रूह आत्मा नू कढ़ के वो लै जाते। हाँ जी। नसीला तात पराई हिरदय नाम ना सर्ब दया। हुण इस तुक ते असी गौर करिए समझिए कि संत सानू की कह रहे है निस निंदा। 24 घंटे असी निंदिया करते रहते हाँ, साढ़े हिरदे विच कोई दया नहीं। की साडा बनेगा, कौन सानू बख्शेगा। बेशक जिहड़ी मर्जी जमात होवे, जिहड़ा मर्जी ही पंथ होएगा, अगर हजूर कई बार फरमाउंदे होंदे सी अगर वो निंदिया करता है किसी की, वो कदी नहीं बख्शिया जाएगा, कदी भी नहीं बख्शिया जाएगा। ये सब तो ज़्यादा जुल्म जिहड़ा निंदिया दा है। आम लोगों की मिसाल है ना कि बंदे नूं फट लगा जिहड़ा मिट जाता है, तो किसी नूं गल माड़ी कही मिटदी नहीं हैगी। माड़ी गल किसी नूं कहीदा वो सारी उम्र ही उहदे शरीर दे विच फिरदी रहिंदी हैगी है। इस वास्ते जो कुछ गुरु साहब जी बाणी 'ਚ फरमा रहे ठीक फरमा रहे है कि साडा फर्ज है कि असी किसी की निंदिया ना करिए, असी उन्ना टाइम भजन ते लाइए। किहदी निंदिया करनी। साईं बुल्ले शाह ने फरमाया किनू मार दिओ तुसी, माटी माटी नूं मारन आई माटी दा हथियार। कहंदा रूह ते मरदी नहीं, मिट्टी नूं मिट्टी मारन आई ते मिट्टी दा ही हथियार हैगा। मिट्टी दा हथियार ते बंदा ही बंदे नूं मिट्टी मिट्टी नूं मारन आई। क्या रूह भी मरदी है? रूह ने ते मरना ही नहीं। असी किहदी निंदिया कर सकते हैं। वो तो परमात्मा की अंश जिहड़ी है वो तो उसे दी हैगी है। असी ओनू बड़ा छोटा किदां कह सकते हैं। वो तो जो है सो है, ओनू तो वध घट असी कह नहीं सकते। असी कहांगे तो साडा खोटा घरों बनेगा। स्वामी जी महाराज जिन्होंने मिशन बनाया उन्होंने बाणी 'ਚ लिखिया है निंदिया बुरी जग माही पापी दी भी करनी नहीं। वो भाई ये बहुत बुरी है, तुसी कोई पापी भी लभदा ਉਹਦੀ भी ना करो। ਉਹਦਾ पाप क्यों तो अपने गल पाते हो, क्यों चुकते हो ਉਹਦਾ भार, क्यों ਉਹਦੇ मैले कपड़े धोंदे हो, वो आपे धोवे। हुण इत्थे असी सोचना है कि साड़ी भगती किधर जाएगी। जे असी एक प्रोग्राम साडा बनया रहा, साडे हिरदे 'ਚ कोई दया नहीं तो निंदिया असी करते रहांगे तो की साड़ी भगती जिहड़ी कीती है किते अर्थ लगेगी? कोई मन्नेगा साड़ी भगती नूं? ये साड़ी भगती नहीं मननी किसी भी, ये एवें चले जाना साड़ा वक्त। हाँ जी। बिन गुर शब्द न गत पत पावे, राम नाम बिन नरक गया। बगैर सतगुर दे कोई गत मत नहीं ऐसी दी होई। बगैर नाम दे उस मालिक दी भगती दे नरकां नूं जाएगा। किसी दी भी मिसाल है, कोई भी हो सकता है जिन्हों मुरशद मानत देंदा है, जिन्हों मुरशद समझदा है तो दूसरा उसकी निंदिया करेगा तो की वो बच जाएगा? एक बार यूपी असी गए, एक बंदा कहन लगा जी गुरमत सिद्धांत जिहड़ा है मैं इहदियां कमियां कढ़ रहा, इहदे विच जिहड़ियां कमियां लिखियां ने, कमियां ने वो मैं लिख रहा होर लिख रहा। हुण जिन्हां कोल बह के वो गल कर रहा ही जवाब भी कोई ना देवे उन्हों। बंदा बड़ा पुराना और डेरे विच रहिंदा होई पुराना बंदा, उसदा नाम भी
ਪਰਦੇਸੀ ਪੈਦਾ ਹੀ ਖਰਾ ਕੀ ਨਾਂ ਸੀ ਉਹਦਾ, ਨਾਂ ਵੀ ਬੜਾ ਪਾਇਦਾ ਵੀ ਬੜਾ ਪ੍ਰੇਮੀ ਹੈਗਾ। ਮੈਂ ਕਿਹਾ ਜੀ ਤੁਸੀਂ ਗੁਰਮਤਿ ਸਿਧਾਂਤ ਦੀ ਕਮੀ ਕੱਢ ਰਹੇ ਹੋ ਕਿ ਜਾਂ ਸਤਿਗੁਰ ਦੀ? ਤੋ ਮੇਰੇ ਵੱਲ ਮੂੰਹ ਚੁੱਕੀਏ ਦੇਖਣ ਲੱਗ ਪਿਆ। ਮੈਂ ਕਿਹਾ ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਗੁਰਮਤਿ ਸਿਧਾਂਤ ਦੀ ਕਮੀ ਕੱਢ ਰਹੇ ਹੋ ਜਾਂ ਸਤਿਗੁਰ ਦੀ ਕਮੀ ਕੱਢ ਰਹੇ ਹੋ? ਕਹਿੰਦਾ ਕੀ ਗੱਲ? ਮੈਂ ਕਿਹਾ ਜਦੋਂ ਗੁਰਮਤਿ ਸਿਧਾਂਤ ਬਣਾਈ ਗਈ ਹੈ, ਕਿਤਾਬ ਬਣਾਈ ਗਈ, ਅਤੇ ਬਾਬੇ ਸੌਣ ਸਿੰਘ ਨੇ ਦਸਤਖਤ ਕੀਤੇ ਸੀ। ਮੈਂ ਕਿਹਾ ਕਿ ਮੈਨੂੰ ਮਨਜ਼ੂਰ ਹੈ, ਇਹ ਛਪਾ ਲਓ। ਹਜ਼ਾਰਾਂ ਅਤੇ ਲੱਖਾਂ ਛਪਾਈਆਂ ਅਤੇ ਲੋਕਾਂ ਨੇ ਲੇਤੀਆਂ ਹੈਗੀਆਂ। ਮੈਂ ਕਿਹਾ ਤੂੰ ਹੁਣ ਕਮੀ ਬਾਬੇ ਸੌਣ ਸਿੰਘ ਦੀ ਕੱਢ ਰਿਹਾ ਕਿ ਗੁਰਮਤਿ ਸਿਧਾਂਤ ਦੀ? ਜਵਾਬ ਦੇ ਮੈਨੂੰ ਹੈ। ਫਿਰ ਨਹੀਂ ਬੋਲਿਆ। ਫਿਰ ਮੁੜ ਕੇ ਸਾਡੇ ਕੋਲ ਆਇਆ ਵੀ ਨਹੀਂ, ਉਹ ਆਇਆ ਵੀ ਨਹੀਂ। ਕਿੱਥੇ ਬੰਦਾ ਦੇਗਾ ਹਿਸਾਬ ਕਿਤਾਬ? ਆਪਣੇ ਆਪ ਨੂੰ ਅਕਲਮੰਦ ਸਮਝੇ। ਮੈਂ ਕਿਹਾ ਤੂੰ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦੇ ਦੇ, ਜੇ ਤੂੰ ਬਣਾਈ ਹੈ ਅਤੇ ਮੁਰਸ਼ਿਦ ਨੇ ਮੰਨ ਲਈ ਹੈ, ਚਾਹੇ ਕਮੀ ਹੈ ਚਾਹੇ ਨਹੀਂ ਕਮੀ, ਚਾਹੇ ਸੱਚੀ ਹੈ ਚਾਹੇ ਝੂਠੀ ਹੈ, ਜਦ ਮੁਰਸ਼ਿਦ ਦਸਤਖਤ ਕਰ ਦਿੰਦਾ ਹੈ ਅਤੇ ਤੂੰ ਕਮੀ ਕਿਹਦੀ ਕਰਦਾ ਹੁਣ? ਇਸੇ ਤਰ੍ਹਾਂ ਅਗਰ ਜਿਹੜਾ ਸਿੱਖ ਕਮਾਈ ਕਰਦਾ ਹੈ ਅਤੇ ਮੁਰਸ਼ਿਦ ਉਸ ਨੂੰ ਮੰਨਦਾ ਹੈ, ਅਤੇ ਜੇ ਉਹਦੇ ਸਿੱਖ ਉਹਦੀ ਨਿੰਦਿਆ ਕਰਨਗੇ ਤਾਂ ਜਾਣਗੇ ਕਿੱਧਰ? ਕਿਹੜਾ ਮੁਰਸ਼ਿਦ ਬਖਸ਼ੇਗਾ ਉਹਨਾਂ ਨੂੰ? ਕਿਸੇ ਨਹੀਂ ਬਖਸ਼ਣਾ। ਇਹ ਪਤਾ ਲੱਗੇਗਾ ਅੰਤ ਸਮੇਂ 'ਚ। ਹਾਂਜੀ। ਬਿਨ ਗੁਰ ਸ਼ਬਦ ਨ ਗਤ ਪਤ ਪਾਵੇ, ਰਾਮ ਨਾਮ ਬਿਨ ਨਰਕ ਗਿਆ। ਖਿਨ ਮੇ ਵੇਸ ਕਰੇ ਨਟੁਆ ਜਿਉ, ਮੋਹ ਪਾਪ ਮੇ ਗਲਤ ਗਿਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਿਸ ਤਰ੍ਹਾਂ ਨਟ ਤਮਾਸ਼ਾ ਕਰਦੇ ਹੈ, ਭਾਈ ਇਸ ਤਰ੍ਹਾਂ ਦੇ ਅਸੀਂ ਤਮਾਸ਼ੇ ਕਰ ਰਹੇ ਹਾਂ ਮੋਹ ਵਿੱਚ ਫਸ ਕੇ, ਔਰ ਅਸੀਂ ਗਲਤ ਰਸਤੇ ਜਾ ਰਹੇ ਹਾਂ। ਤੋ ਰਸਤਾ ਸਾਨੂੰ ਸੰਤ ਮਹਾਂਪੁਰਖ ਦੱਸਦੇ ਹੈ, ਜਿਸ ਰਸਤੇ ਸਾਨੂੰ ਚੱਲਣਾ ਚਾਹੀਦਾ, ਜਿਸ ਤੋਂ ਸਾਨੂੰ ਫਾਇਦਾ ਮਿਲਣਾ ਹੈ, ਉਸ ਪਾਸੇ ਅਸੀਂ ਜਾ ਨਹੀਂ ਰਹੇ। ਇਹ ਨਟਾਂ ਦੇ ਤਮਾਸ਼ੇ ਵਾਂਗਰ ਅਸੀਂ ਤਮਾਸ਼ਾ ਕਰ ਰਹੇ ਹਾਂ। ਹਾਂਜੀ। ਇਤੇ ਉਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕੇ ਮਗਨ ਪਇਆ। ਗੁਰੂ ਸਾਹਿਬ ਜੀ ਦੁਨੀਆ ਦੇ ਜਿੱਥੇ ਅਸੀਂ ਜੀਵ ਫਸੇ ਹੁੰਦੇ ਹਾਂ, ਸੰਤ ਸਾਨੂੰ ਬੜੇ ਤਰੀਕੇ ਨਾਲ ਸਮਝਾਉਂਦੇ ਹੈ। ਇਹ ਤੁਤ ਮਾਇਆ ਦੇਖ ਪਸਰੀ, ਔਰ ਮੋਹ ਮਾਇਆ ਵਿੱਚ ਪੈ ਕੇ ਇਹ ਗਲਤੀ ਦੇ ਰਸਤੇ ਚਲਾ ਜਾਂਦਾ, ਹੰਕਾਰੀ ਬਣ ਜਾਂਦਾ ਹੈ, ਮਾਨੀ ਬਣ ਜਾਂਦਾ ਹੈ ਕਿ ਮੇਰੇ ਵਰਗਾ ਕੋਈ ਨਹੀਂ ਹੈਗਾ, ਮੇਰੇ ਪਾਸ ਸਭ ਕੁਝ ਹੈ, ਰਾਜ ਪਾਟ ਮੇਰੇ ਪਾਸ ਹੈ, ਸਭ ਕੁਝ ਮੇਰੇ ਪਾਸ ਹੈਗਾ, ਮੈਂ ਹੁਣ ਕੀ ਸਮਝਦਾ ਕਿਸੇ ਨੂੰ? ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਗਲਤੀ ਦੇ ਰਸਤੇ ਚਲਾ ਗਿਆ, ਗਲਤ ਚਲਾ ਗਿਆ। ਇਹ ਕੁਛ ਨਹੀਂ, ਜਿਉਂ ਆਈ ਤਿਉਂ ਗਈ, ਜਿਉਂ ਆਉਂਦੀ ਹੈ ਤਿਉਂ ਹੀ ਚਲਾ ਜਾਂਦੀ ਹੈ। ਇਹਨੂੰ ਕੋਈ ਰੱਖ ਨਹੀਂ ਸਕਦਾ। ਇਹ ਕਾਗ ਬਨੇਰੇ ਦਾ ਕਦੀ ਉੱਡ ਕੇ ਕਿਸੇ ਪਾਸੇ ਚਲਾ ਜਾਂਦੀ, ਕਦੇ ਕਿਸੇ ਪਾਸੇ ਚਲਾ ਜਾਂਦੀ ਹੈ। ਬੜੇ ਬੜੇ ਦੇਖੇ ਅਸੀਂ ਜਿਨ੍ਹਾਂ ਦੇ ਪਾਸ ਸਭ ਕੁਛ ਸੀ, ਔਰ ਕੋਈ ਸਮਾਂ ਐਸਾ ਆ ਗਿਆ ਕੁਛ ਵੀ ਨਹੀਂ ਰਿਹਾ, ਕੁਛ ਵੀ ਨਹੀਂ ਰਿਹਾ। ਕਿੱਥੇ ਗਈ? ਹਜ਼ੂਰ ਕਈ ਵਾਰ ਫਰਮਾਉਂਦੇ, ਇਸ ਚੀਜ਼ ਨੇ ਸਭ ਨੂੰ ਰਵਾਉਣਾ ਔਰ ਸਭ ਨੂੰ ਹਸਾਉਣਾ, ਇਸ ਨੇ ਇੱਕ ਥਾਂ ਨਹੀਂ ਰਹਿਣਾ। ਜਿੱਥੇ ਜਾਂਦੀ ਉਹ ਹੱਸਣ ਡੈ ਪੈਂਦੇ, ਜਿੱਥੋਂ ਜਾਂਦੀ ਹੈ ਜਿਹਨਾਂ ਦੇ ਜਾਂਦੀ ਉਹ ਰੋਣ ਲੱਗ ਪੈਂਦੇ ਹੈ। ਇਸ ਵਾਸਤੇ ਫਕੀਰ ਇਹਦੇ 'ਤੇ ਮੋਹਤ ਨਹੀਂ ਹੁੰਦੇ। ਫਕੀਰ ਕਹਿੰਦੇ ਜੋ ਆਈ ਵਰਤੋ, ਇਸ ਨੂੰ ਚੰਗੇ ਪਾਸੇ 'ਤੇ ਲਾ ਦਿਓ ਔਰ ਭਜਨ ਸਿਮਰਨ ਕਰੋ। ਇਹਦਾ ਨਾਲ ਧਿਆਨ ਰੱਖੋ, ਈਸ਼ਵਰ ਦਾ ਨਾਮ ਜਪੋ। ਹਾਂਜੀ। ਕਰੇ ਵਿਕਾਰ ਵਿਥਾਰ ਕਨੇਰੇ, ਸੁਰਤ
शब्द बिन परम पैया। और दुनिया ਦੇ ਅਸੀਂ ਬਹੁਤ ਹੀ ਟਸਣ ਕਰਦੇ ਰਹਿੰਦੇ ਹਾਂ, ਕਈ ਕੁਛ ਕਰਦੇ ਰਹਿੰਦੇ ਹਾਂ, ਪਰ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਬਗੈਰ ਸੁਰਤ ਸ਼ਬਦ ਦੇ ਇਹ ਸਾਰਾ ਭਰਮ ਹੈ। ਜਦ ਤੱਕ ਆਪਣੀ ਸੁਰਤੀ ਨੂੰ ਸ਼ਬਦ ਨਾਲ ਨਹੀਂ ਜੋੜਦਾ, ਉਹ ਕੰਮ ਨਹੀਂ ਕਰਦਾ, ਇਹ ਬਾਕੀ ਸਾਰਾ ਭਰਮ ਹੀ ਹੈ, ਕੁਛ ਵੀ ਨਹੀਂ ਹੈਗਾ। ਹਾਂਜੀ। ਹਉ ਮੈਂ ਰੋਗ ਮਹਾ ਦੁਖ ਲਾਗਾ, ਗੁਰ ਮਤ ਲੇਵੇ ਰੋਗ ਗਿਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਹਉਮੈ ਦੀ ਬਿਮਾਰੀ ਸਾਰੀ ਦੁਨੀਆ ਨੂੰ ਲੱਗੀ, ਇੱਕ ਨੂੰ ਨਹੀਂ, ਸਾਰੀ ਦੁਨੀਆ ਨੂੰ। ਇਹ ਗਰੀਬ ਨੂੰ ਨਹੀਂ, ਇਹ ਬਿਮਾਰੀ ਗਰੀਬੀ ਮੇਰੀ ਦੇ ਵਿੱਚ ਨਹੀਂ ਹੈਗੇ, ਇਹੋ ਬਿਮਾਰੀ ਹੋਰ ਹੈ। ਇਹ ਕਿਸੇ ਵੀ ਚੀਜ਼ ਨਾਲ ਨਹੀਂ ਜਾ ਸਕਦੀ। ਇਹ ਬੜੇ ਬੜੇ ਸ਼ਾਹੂਕਾਰਾਂ ਨੂੰ ਬਿਮਾਰੀ ਲੱਗੀ ਹੈ, ਅਰਬਾਂ ਪਤੀਆਂ ਨੂੰ ਲੱਗੀ, ਰਾਜੇ ਮਹਾਰਾਜਿਆਂ ਨੂੰ ਲੱਗੀ ਹੈ, ਲੈਣ ਲਾਟਾਂ ਨੂੰ ਲੱਗੀ ਹੈ, ਸਾਰਿਆਂ ਨੂੰ ਬਿਮਾਰੀ ਲੱਗੀ ਹੈ। ਪਰ ਇਸ ਦਾ ਇਲਾਜ ਜਿਹੜਾ ਹੈ ਇਹ ਸੰਤਾਂ ਮਹਾਂਪੁਰਖਾਂ ਦੇ ਪਾਸ। ਕੋਈ ਵੀ ਡਾਕਟਰ ਇਸ ਦੀ ਦਵਾਈ ਨਹੀਂ ਦੇ ਸਕਦਾ। ਇਹਦਾ ਕੀ ਇਲਾਜ ਹੈ? ਹਉਮੈ ਮਮਤਾ ਸ਼ਬਦ ਜਲਾਈ। ਜਿਉਂ ਜਿਉਂ ਸਿੱਖ ਸ਼ਬਦ ਦੀ ਕਮਾਈ ਕਰਦਾ ਹੈ, ਇਹਦੇ 'ਚ ਹਉਮੈ ਮਮਤਾ ਜਿਹੜੀ ਉਹ ਖਤਮ ਹੋਣਾ ਸ਼ੁਰੂ ਹੋ ਜਾਂਦੀ ਹੈ, ਔਰ ਅਸਲ ਚੀਜ਼ ਜਿਹੜੀ ਹੈ ਅੰਦਰ ਆਉਣਾ ਸ਼ੁਰੂ ਹੋ ਜਾਂਦੀ ਹੈ। ਹਾਂਜੀ। ਸੁਖ ਸੰਪਤ ਕੋ ਆਵਤ ਦੇਖੈ, ਸਾਕਤ ਮਨ ਅਭਿਮਾਨ ਭਇਆ। ਗੁਰੂ ਸਾਹਿਬ ਜੀ ਸੁਖ ਦੇ ਬਾਰੇ ਫਰਮਾ ਰਹੇ ਹੈ, ਜਦੋਂ ਵੀ ਕਿਸੇ ਨੂੰ ਕੋਈ ਸੁਖ ਮਿਲਦਾ ਹੈ, ਸੁਖ ਕੀ ਹੈ? ਕੋਈ ਧਨ ਪਦਾਰਥ ਮਿਲ ਗਿਆ, ਪਰਿਵਾਰ ਹੋ ਗਿਆ, ਜਾਂ ਕੋਈ ਮਾਣ ਵਡਿਆਈ ਕਿਸੇ ਦੀ ਕੋਈ ਕਰਦਾ ਹੈ, ਇਹ ਉਸ ਨੂੰ ਸਮਝਦਾ ਬੜਾ ਸੁਖੀ ਹੈਗਾ। ਪਰ ਸੰਤ ਨਹੀਂ ਮੰਨਦੇ, ਕਹਿੰਦੇ ਕੋਈ ਸੁੱਖ ਨਹੀਂ ਹੈਗਾ। ਸਹਿਜੋ ਭਾਈ ਨੇ ਇਹਦੇ ਬਾਰੇ ਫਰਮਾਇਆ ਹੈ, ਇਹ ਸੁੱਖ ਜਿਹੜਾ ਹੈ ਇੱਕ ਸਿਰਫ ਲੋਹਾਰ ਦੀ ਸੰਨੀ ਦੀ ਮਿਸਾਲ ਦਿੱਤੀ ਹੈ। ਸਹਿਜੋ ਭਾਈ ਇੱਕ ਇਸਤਰੀ ਹੋਈ ਹੈ, ਉਸ ਨੇ ਬਹੁਤ ਤਪੱਸਿਆ ਕੀਤੀ ਹੈ, ਔਰ ਉਹਦੀ ਉਹ ਅੱਖ ਖੁੱਲ੍ਹ ਗਈ ਜਿਹੜੀ ਲੋਕ ਪਰਲੋਕ ਦੇਖਦੀ ਸੀ। ਉਹਨਾਂ ਨੇ ਦੱਸਿਆ ਕਿ ਇਹ ਲੋਹਾਰ ਦੀ ਸੰਨੀ, ਜਿਸ ਤਰ੍ਹਾਂ ਲੋਹਾਰ ਆਪਣੀ ਅੰਗੀਠੀ ਦੇ ਵਿੱਚ ਉਹ ਸੰਨੀ ਦੇ ਨਾਲ ਲੋਹਾ ਫੜਦਾ ਹੈ, ਬਾਹਰ ਕੱਢਦਾ ਹੈ, ਉਹ ਸੰਨੀ ਜਦੋਂ ਗਰਮ ਹੋ ਜਾਂਦੀ ਹੈ ਫਿਰ ਪਾਣੀ ਦੇ ਵਿੱਚ ਡੋਬਾ ਕਰਾ ਦਿੰਦਾ ਹੈ, ਠੰਡਾ ਕਰ ਲੈਂਦਾ, ਫਿਰ ਉਸ ਨੂੰ ਉਸ ਅੰਗੀਠੀ 'ਚ ਪਾ ਦਿੰਦਾ, ਔਰ ਫਿਰ ਗਰਮ ਆਉਂਦੀ ਫਿਰ ਪਾਣੀ 'ਚ ਪਾ ਦਿੰਦਾ। ਸਹਿਜੋ ਬਾਈ ਨੇ ਫਰਮਾਇਆ, ਐ ਸਹਿਜੋ, ਇਹ ਦੁਨੀਆ ਦਾ ਦੁੱਖ ਅਤੇ ਸੁੱਖ ਹੈ, ਇਹਦੇ 'ਤੇ ਨਾ ਤੂੰ ਬਚ, ਇਹ ਦੁੱਖ ਸੁੱਖ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ। ਸਹਿਜੋ ਬਾਈ ਨੇ ਫਰਮਾਇਆ ਬਾਣੀ ਵਿੱਚ, ਚੱਲਣਾ ਹੈ ਰਹਿਣਾ ਨਹੀਂ, ਚੱਲਣਾ ਵਿਸਵਾ ਵੀਸ, ਐਸਾ ਜੋ ਤਿਣਕ ਸੁਹਾਗ ਪਰ ਕਾਹੇ ਕਦਾਮੇ ਸੀਸ। ਦੇਖੋ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੇ ਖਿਆਲ ਕਿੱਡੇ ਉੱਚੇ ਹੁੰਦੇ ਹੈ। ਚੱਲਣਾ ਹੈ ਰਹਿਣਾ ਨਹੀਂ, ਜਾਣਾ ਜ਼ਰੂਰ ਹੈ। ਐਸਾ ਜੋ ਇੱਕ ਤਿਨਕਾ ਜਿਹੜਾ ਹੈ, ਤਿਨਕੇ ਨੂੰ ਤੋੜਦਿਆਂ ਕਿੰਨਾ ਕੁ ਚਿਰ ਲੱਗਦਾ ਹੈ। ਕਾਹਦੇ ਵਾਸਤੇ ਤੂੰ ਸ਼ੌਂਕਾਂ ਕਰ ਰਹੀ ਹੈ ਦੁਨੀਆ ਦੀਆਂ, ਕਿਸ ਚੀਜ਼ ਵਾਸਤੇ ਕਰ ਰਹੀ ਹੈ? ਇੱਕ ਤਿਨਕਾ ਜਿਹੜਾ ਕੱਖ ਹੁੰਦਾ ਉਹਨੂੰ ਤੋੜਦਿਆਂ ਕਿੰਨਾ ਕੁ ਚਿਰ ਲੱਗਦਾ। ਆਹ ਤੇਰੀ ਜ਼ਿੰਦਗੀ ਹੈ, ਹਰ ਚੀਜ਼ ਦੀ ਕੋਈ ਨਾ ਕੋਈ ਗਰੰਟੀ ਹੈ, ਸਾਡੀ ਜ਼ਿੰਦਗੀ ਦੀ ਕੋਈ ਗਰੰਟੀ ਹੀ ਨਹੀਂ, ਕੋਈ ਡੇਟ ਨਹੀਂ, ਕੀ ਪਤਾ ਹੈ ਕਿਹੜਾ ਸਮਾਂ ਆ ਜਾਵੇ। ਇਸ ਵਾਸਤੇ ਸੰਤ ਮਹਾਂਪੁਰਖ ਸਾਡੀ ਇਸ ਤਮੱਜੋ ਨੂੰ, ਇਸ ਖਿਆਲ ਨੂੰ ਬਦਲਾ ਕੇ ਉਸ ਪਰਮਾਤਮਾ ਦੀ ਤਰਫ ਖਿਆਲ ਲਗਾਉਂਦੇ ਹੈ ਕਿ ਤੂੰ ਸਾਰਾ ਹੀ ਨਾ ਵੰਡ ਦੇ ਆਪਣਾ, ਜੋ ਕੁਛ ਵੀ ਪਿਆਰ ਹੈ ਤੇਰੇ ਪਾਸ, ਜੋ ਵੀ ਹੈ ਤੂੰ ਸਾਰਾ ਦੁਨੀਆ 'ਚ ਨਾ ਵੰਡ ਦੇ, ਪਰਮਾਤਮਾ ਦੀ ਤਰਫ ਵੀ ਲਗਾ ਦੇ, ਉਸ ਪਾਸੇ ਵੀ ਥੋੜ੍ਹਾ ਹਿੱਸਾ ਰੱਖ ਲੈ, ਉਹਦੇ ਵਾਸਤੇ ਵੀ ਸਾਰਾ ਹੀ ਨਾ ਵੰਡ ਦੇ। ਹਾਂਜੀ। ਜਿਸ ਕਾ ਇਹ ਤਨ ਧਨ ਸੋ ਫਿਰ ਲੇਵੇ, ਅੰਤਰ ਸਹਸਾ ਦੁਖ ਪਇਆ।
ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾਉਂਦੇ ਹੈ ਕਿ ਜਿਸ ਦਾ ਇਹ ਤਨ ਧਨ ਸੋ ਫਿਰ ਲੈ। ਜਿਸ ਦਾ ਇਹ ਤਨ ਹੈ ਜਾਂ ਸਰੀਰ ਹੈ ਉਹ ਲੈ ਜਾਂਦਾ ਹੈ। ਸਾਡਾ ਸਰੀਰ ਵੀ ਉਹ ਲੈ ਜਾਂਦਾ ਹੈ, ਸਾਡੀ ਜਾਇਦਾਦ ਵੀ ਚਲਾ ਜਾਂਦੀ ਹੈ। ਸਾਡੇ ਪਾਸ ਕੀ ਰਹਿ ਜਾਂਦਾ ਹੈ? ਦੁੱਖ, ਸੈਂਸਾ। ਇਹ ਸੈਂਸਾ ਸਾਡੇ ਪਾਸ ਰਹਿ ਜਾਂਦਾ। ਸਾਰੀ ਸਾਰੀ ਜ਼ਿੰਦਗੀ ਅਸੀਂ ਉਸ ਨੂੰ ਰੋਂਦੇ ਰਹਿੰਦੇ ਹਾਂ ਕਿ ਨਾ ਸਾਡੇ ਪਾਸ ਉਹ ਸਰੀਰ ਰਹਿੰਦਾ ਹੈ, ਨਾ ਸਾਡੇ ਪਾਸ ਉਹ ਧਨ ਪਦਾਰਥ ਰਹਿੰਦਾ ਹੈ। ਇਹ ਮਹਾਰਾਜ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਬਾਣੀ 'ਚ ਫਰਮਾਇਆ ਹੈ, ਗੁਰ ਪੂਰੇ ਕੀ ਪੋ ਸ਼ਰਨਾਈ, ਮੋਹ ਸੋਗ ਸਭ ਭਰਮ ਮਟਾਈ। ਸੰਤ ਜੋ ਕੁਛ ਲਿਖਦੇ ਆ ਉਹ ਪੱਥਰ 'ਤੇ ਲੀਕ ਹੈ ਔਰ ਸਾਡੇ ਸੁੱਖ ਵਾਸਤੇ ਦੱਸਦੇ ਹੈ ਵੀ ਆ ਤੂੰ ਸਤਿਗੁਰ ਦੀ ਸ਼ਰਨ ਵਿੱਚ। ਸਭ ਤੋਂ ਪਹਿਲਾਂ ਤੈਨੂੰ ਪੁੱਛਣਗੇ ਤੂੰ ਮੋਹ ਕਿਸ ਦਾ ਕਰਦਾ ਹੈ ਭਾਈ, ਕਿਹੜੀ ਚੀਜ਼ ਦਾ ਕਰਦਾ? ਜਰਾ ਅੱਖ ਮੀਟ ਕੇ ਦੇਖ, ਕੋਈ ਤੇਰੇ ਦੁੱਖ ਸੁੱਖ ਦਾ ਵਾਲੀ ਹੈ? ਕੋਈ ਅੰਤ ਸਮੇਂ ਦਾ ਤੇਰਾ ਕੋਈ ਮਦਦਗਾਰ ਹੈ? ਅਤੇ ਜਦੋਂ ਅਸੀਂ ਡੂੰਘੀ ਸੋਚ ਵਿੱਚ ਜਾਂਦੇ ਹਾਂ ਤਾਂ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ। ਕੋਈ ਸੱਜਣ ਮਿੱਤਰ, ਕੋਈ ਭੈਣ ਭਰਾ, ਕੋਈ ਧੀ ਪੁੱਤਰ, ਕੋਈ ਉਸ ਸਮੇਂ ਵਾਸਤੇ ਨਹੀਂ ਹੈਗਾ। ਜਦੋਂ ਨਹੀਂ ਨਜ਼ਰ ਆਉਂਦਾ ਤਾਂ ਫਿਰ ਸਾਡਾ ਮੋਹ ਜਿਹੜਾ ਉਹ ਥੋੜ੍ਹਾ ਘਟਣਾ ਸ਼ੁਰੂ ਹੋ ਜਾਂਦਾ। ਅਤੇ ਇਹਦੇ ਨਾਲ ਨਾਲ ਫਿਰ ਜਿਹੜੀ ਚਿੰਤਾ ਹੈ, ਸੋਗ ਚਿੰਤਾ ਨੂੰ ਕਿਹਾ ਗਿਆ, ਫਿਰ ਚਿੰਤਾ ਵੀ ਘਟਣਾ ਸ਼ੁਰੂ ਹੋ ਜਾਂਦੀ ਹੈ। ਪਰ ਕੌਣ ਇਹ ਦੱਸਣਗੇ? ਸੰਤ ਮਹਾਂਪੁਰਖ ਜਿਨ੍ਹਾਂ ਨਾਮ ਦੀ ਕਮਾਈ ਕੀਤੀ ਹੈ। ਜਿਹੜੇ ਅੱਗੇ ਚਿੰਤਾ 'ਚ ਫਸੇ ਉਹਨਾਂ ਸਾਨੂੰ ਚਿੰਤਾ ਹੀ ਦੇਣੀ ਹੈ। ਜਿਹੜੇ ਅੱਗੇ ਜਿੱਥੇ ਕੋਈ ਫਸਿਆ ਹੁੰਦਾ ਉਹ ਸਾਨੂੰ ਉਹੀ ਜਾਚ ਦੱਸੇਗਾ, ਉਹੀ ਦਾਤ ਦੇਗਾ, ਸਾਨੂੰ ਹੋਰ ਕੀ ਦੇਗਾ? ਇਹ ਮਹਾਂਪੁਰਖ ਇਸ ਚੀਜ਼ 'ਚੋਂ ਦੁੱਖ 'ਚੋਂ ਨਿਕਲਦੇ ਹੈ, ਉਹ ਸਾਨੂੰ ਵੀ ਇਸ ਦੁੱਖ 'ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹੈ। ਹਾਂਜੀ। ਅੰਤ ਕਾਲ ਕੁਛ ਸਾਥ ਨਾ ਚਾਲੇ, ਜੋ ਦੀਸੇ ਸਭ ਤਿਸੇ ਮੈਂ। ਅੰਤ ਹੈ ਪੁਰਸ਼ ਤੇਰੇ ਸਾਥ ਕਿਨ ਜਾਣਾ। ਜੋ ਤੂੰ ਦੇਖ ਰਿਹਾ ਹੈ ਇਹ ਇੱਥੇ ਦਾ ਮਟੀਰੀਅਲ ਇੱਥੇ ਹੀ ਰਹਿਣਾ। ਦੇਖ ਰਹੇ ਹੋ ਦੁਨੀਆ ਤੋਂ ਬੰਦੇ ਜਾ ਰਹੇ ਹੈ, ਸ਼ਾਹੂਕਾਰ ਵੀ ਜਾ ਰਹੇ ਹੈ, ਰਾਜੇ ਮਹਾਰਾਜੇ ਜਾ ਰਹੇ ਹੈ। ਅੱਜ ਹੀ ਸਵੇਰੇ ਇਹ ਖਬਰ ਆਈ ਕਿ ਹਿਮਾਚਲ ਦੇ ਵਿੱਚ ਬੱਦਲ ਫਟ ਗਿਆ, ਡਿੱਗ ਪਿਆ ਅਤੇ 60 ਬੰਦੇ ਖਰੇ 60 ਕਿੰਨੇ ਬਣ ਗਏ ਅਤੇ ਕਿੰਨੇ ਕੁ ਹਸਪਤਾਲ ਪਏ ਹੈ। ਬੱਦਲ ਹੀ ਡਿੱਗ ਪਿਆ ਉੱਤੇ, ਬੰਦੇ ਹੀ ਮਰ ਗਏ। ਕਿੱਥੇ ਗਈ ਜਾਇਦਾਦ? ਕਿੱਧਰ ਗਏ ਧੀਆਂ ਪੁੱਤਰ? ਕਿੱਧਰ? ਕੌਣ ਬਾਲੀ ਦੇ ਕੌਣ ਵਾਰਸ ਬਣਿਆ ਹੈਗਾ? ਕੀ ਪਤਾ ਕੀ ਹੋਣਾ, ਕਿਹੜੇ ਵੇਲੇ ਕੀ ਹੋ ਜਾਣਾ ਹੈਗਾ। ਇਹ ਇੱਥੇ ਹੁੰਦਾ ਮਟੀਰੀਅਲ, ਇੱਥੇ ਹੀ ਰਹਿਣਾ। ਇਹ ਸਾਡੇ ਸਾਥ ਨਹੀਂ ਜਾਣਾ ਕੁਛ ਵੀ। ਸਿਰਫ ਇੰਨਾ ਹੈ ਜਿਹੜਾ ਅਸੀਂ ਅੱਛੇ ਪਾਸੇ ਲਗਾ ਲਵਾਂਗੇ, ਅੱਛਾ ਕੰਮ ਕਰ ਲਵਾਂਗੇ, ਭਜਨ ਸਿਮਰਨ ਕਰ ਲਵਾਂਗੇ, ਉਹ ਸਾਡਾ ਸਾਥੀ ਹੈ। ਹਾਂਜੀ। ਆਦ ਪੁਰਖ ਅਪਰੰਪਰ ਸੋ ਪ੍ਰਭੂ, ਹਰ ਨਾਮ ਰਿਦੇ ਲੈ ਪਾਰ ਪਿਆ। ਗੁਰੂ ਸਾਹਿਬ ਜੀ ਫਿਰ ਉਸ ਪਰਮਾਤਮਾ ਦਾ ਇਸ਼ਾਰਾ ਦੇ ਰਹੇ ਹੈ, ਆਦਿ ਪੁਰਖ ਉਹ ਪਰਮਾਤਮਾ, ਤੂੰ ਉਹਦਾ ਨਾਮ ਜਪੇਗਾ, ਤੇਰੇ ਹਿਰਦੇ ਦੇ ਅੰਦਰ ਉਹਦਾ ਨਾਮ ਆਏਗਾ ਅਤੇ ਤੂੰ ਪਾਰ ਹੋ ਸਕਦਾ ਹੈ। ਔਰ ਕਿਸੇ ਵੀ ਕੰਮ ਦੇ ਨਾਲ ਤੂੰ ਪਾਰ ਨਹੀਂ ਹੋ ਸਕਦਾ। ਐਸ ਜੇਲ੍ਹਖਾਨੇ ਵਿੱਚੋਂ ਤੂੰ ਨਿਕਲ ਨਹੀਂ ਸਕਦਾ। ਸਿਰਫ ਉਸ ਪਰਮਾਤਮਾ ਦੇ ਨਾਮ ਪਿੱਛੇ ਹੀ ਤੂੰ ਜਾ ਸਕਦਾ ਹੈ। ਹਾਂਜੀ। ਮੂਏ ਕੋ ਰੋਵੇ ਕਿਸੇ ਸੁਣਾਵੇ, ਪੈ ਸਾਗਰ ਅਸਰਾਲ ਪਿਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਤੂੰ ਮੋਏ ਨੂੰ ਰੋਂਦਾ ਜਿੱਥੇ ਕੋਈ ਹੈ ਨਹੀਂ। ਪਲਟੂ ਸਾਹਿਬ ਜੀ ਫਰਮਾਉਂਦੇ ਹੈ, ਸਤਿਗੁਰ ਕੀ ਸੇਵਾ ਛੋੜ ਕਰ ਪੂਜੇ ਭੂਤ ਪਤਾਲ, ਪੂਜੇ ਭੂਤ ਪਤਾਲ ਮੁਗੇ ਫਿਰ ਪੂਤੇ ਹੋਏ। ਅਸੀਂ ਕੀ ਕਰਦੇ ਹਾਂ ਕਿ ਸਤਿਗੁਰ ਦੀ ਸੇਵਾ, ਜਿੰਦਾ ਸ਼ਕਤੀ ਦੀ ਸੇਵਾ ਛੱਡ ਕੇ
ਮੜੀਆਂ ਮਸਾਣਾਂ 'ਤੇ ਜਾ ਕੇ ਮੱਥੇ ਟੇਕਦੇ ਹਾਂ, ਉੱਥੇ ਜਾ ਕੇ ਚੂਰਮੇ ਚਾੜਦੇ ਹਾਂ, ਉੱਥੇ ਸੁੱਖਣਾ ਕਰਦੇ ਹਾਂ। ਉਹ ਫਿਰ ਉੱਥੇ ਰਹਿੰਦਾ ਕੌਣ ਹੈ? ਜਿੰਦਾ ਤਾਂ ਹੈ ਕੋਈ ਨਹੀਂ, ਭੂਤ ਪ੍ਰੇਤ ਬਣੇ ਹੈ। ਜਦ ਸਾਡੀ ਮੌਤ ਆਉਂਦੀ ਹੈ, ਜਾਂ ਆਸ਼ਾ ਤਾਂ ਬਾਸ਼ਾ ਉਹ ਆਪਣਾ ਸਾਥੀ ਬਣਾ ਲੈਂਦੇ ਹੈ। ਕਈ ਬੱਚਿਆਂ ਦੀ ਮਿਸਾਲ ਹੈ, ਕਈ ਬੰਦੇ, ਕਈ ਬੀਬੀਆਂ ਵੀ ਬੰਦੀਆਂ ਬੱਚਿਆਂ ਨੂੰ ਕਹਿੰਦੀਆਂ ਨੇ ਕਿ ਜਦੋਂ ਬੜੇ ਸ਼ੈਤਾਨ ਹੋ ਜਾਂਦੇ ਹੈ, ਕਿਸੇ ਦੀ ਗੱਲ ਕੋਈ ਮੰਨਦਾ ਨਹੀਂ ਬੱਚਾ, ਅਤੇ ਉਹਨੂੰ ਕਹਿੰਦੀ ਆ ਇਹ ਭੂਤ ਉਤਰਾ ਪਤਾ ਨਹੀਂ ਕਿੱਥੋਂ ਆ ਗਿਆ। ਤਾਂ ਮੈਂ ਕਈ ਵਾਰ ਸਤਸੰਗ 'ਚ ਫਿਰ ਸੋਚੀਦਾ ਇਹ ਆਇਆ ਉੱਥੋਂ ਹੀ ਜਿੱਥੇ ਚੂਰਮਾ ਚਾੜਿਆ ਹੀ ਜਾ ਕੇ, ਹੋਰ ਕਿੱਥੋਂ ਆਉਣਾ ਸੀ? ਉੱਥੋਂ ਹੀ ਆਇਆ ਜਿੱਥੇ ਜਾ ਕੇ ਮੱਥਾ ਟੇਕਿਆ ਸੀ, ਹੋਰ ਕਿੱਥੋਂ ਆਉਣਾ ਸੀ? ਉਹੀ ਭੂਤ ਸਾਡੇ ਕੋਲ ਆ ਜਾਂਦੇ। ਫਿਰ ਅਸੀਂ ਜਿੰਦਾ ਸ਼ਕਤੀ ਨੂੰ ਨਹੀਂ ਸਿਮਰਦੇ, ਉਹ ਜਿੰਦਾ ਸ਼ਕਤੀ ਸਤਿਗੁਰ ਹੈ। ਜਾਂ ਆਸ਼ਾ ਤਾਂ ਬਾਸ਼ਾ, ਜਾਂ ਸਾਡੀ ਆਸ਼ਾ ਹੋਏਗੀ ਉੱਥੇ ਸਾਡਾ ਵਾਸ ਹੋ ਜਾਏਗਾ। ਹਾਂਜੀ। ਦੇਖ ਕੁਟੰਬ ਮਾਇਆ ਗ੍ਰਹਿ ਮੰਦਰ, ਸਾਕਤ ਜੰਜਾਲ ਪਰਾਲ ਪਿਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਇਹ ਸਭ ਕੁਝ ਦੱਸ ਕੇ ਪਰਾਲ ਦੀ ਮਿਸਾਲ ਦੇ ਰਹੇ ਹੈ। ਪਰਾਲ ਆਮ ਲੋਕਾਂ ਨੂੰ ਨਹੀਂ ਪਤਾ, ਪਰ ਜਿਹੜੇ ਖੇਤੀਬਾੜੀ ਕਰਦੇ ਹੈ ਉਹਨਾਂ ਨੂੰ ਪਤਾ ਹੈ। ਜਿਹੜੇ ਖੇਤੀਬਾੜੀ ਕਰਦੇ ਆ ਉਹਨਾਂ ਨੂੰ ਪਤਾ ਹੈ ਪਰਾਲ ਕਿਹਨੂੰ ਕਿਹਾ ਜਾਂਦਾ ਹੈ। ਫਸਲ ਬਹੁਤਾ ਚੜ੍ਹ ਜਾਂਦਾ ਹੈ, ਹਨੇਰੀ ਆਈ ਡਿੱਗ ਪਿਆ, ਦੂਸਰੇ ਪਾਸਿਓਂ ਆਈ ਦੂਸਰੇ ਪਾਸੇ ਕਰ ਦਿੱਤਾ, ਤੀਸਰੇ ਪਾਸੇ ਆਈ ਉੱਧਰ ਮੁੜ ਗਿਆ, ਉਹ ਇੰਨਾ ਪਰਾਲ ਪੈ ਜਾਂਦਾ ਹੈ, ਨਾ ਉਹਦੇ ਵਿੱਚ ਦਾਣੇ ਪੂਰੇ ਨਿਕਲਦੇ ਹੈ ਅਤੇ ਨਾ ਉਹਦੀ ਤੂੜੀ ਬਣਦੀ ਹੈ। ਅਤੇ ਦੇਖਣ ਵਾਲਾ ਕੀ ਕਹਿੰਦਾ ਹੈ ਕਿ ਬਹੁਤ ਫਸਲ ਡਿੱਗਾ ਪਈ। ਇਸੇ ਤਰ੍ਹਾਂ ਜਿਹੜਾ ਸਾਡਾ ਜੰਜਾਲ ਹੈ, ਪਰਾਲ ਹੈ, ਇਹ ਜਿਤਨਾ ਵੀ ਸਾਡਾ ਜੰਜਾਲ ਹੈਗਾ, ਇਹ ਸਾਰਾ ਸੰਤ ਕਹਿੰਦੇ ਆ ਪਰਾਲ ਹੈ। ਇਹਦੇ ਵਿੱਚ ਕੋਈ ਸੁੱਖ ਨਹੀਂ ਹੈਗਾ, ਇਹਦੇ 'ਚ ਕੋਈ ਸੁੱਖ ਨਹੀਂ, ਇਹ ਦੁੱਖ ਹੀ ਦੁੱਖ ਹੈਗਾ। ਵਿੱਚ ਕੁਝ ਵੀ ਨਹੀਂ, ਵਿੱਚ ਵੜ ਕੇ ਦੇਖੋ ਫਿਰ ਸਾਰੇ ਰੋਣ ਡੇ ਹੈਗੇ, ਕੋਈ ਸੁੱਖ ਨਹੀਂ ਹੈਗਾ। ਜੋ ਸੰਤ ਸਾਨੂੰ ਬਾਣੀ 'ਚ ਫਰਮਾ ਰਿਹਾ, ਉਹਨਾਂ ਦੇ ਤਜਰਬੇ ਹੈ, ਸੰਤ ਸਭ ਕੁਝ ਦੇਖਦੇ ਹੈ, ਉਹਨਾਂ ਦੀ ਉਹ ਅੱਖ ਖੁੱਲ੍ਹੀ ਹੁੰਦੀ ਹੈ, ਜੋ ਸਾਨੂੰ ਦੁਨੀਆ ਨੂੰ ਦੇਖ ਕੇ ਬਾਣੀ ਬਣਾਉਂਦੇ ਹੈਗੇ, ਸਾਡੇ ਵਾਸਤੇ ਬਣਾਉਂਦੇ ਹੈ। ਹਾਂਜੀ। ਤਾ ਆਏ ਤਾਂ ਤਿਸੇ ਪਠਾਏ, ਚਾਲੇ ਤਿਨੇ ਬੁਲਾਏ ਲੈ ਆ। ਮੁੜ ਕੇ ਪੜੋ। ਜਾ ਆਏ ਤਾਂ ਤਿਨੇ ਪਠਾਏ, ਚਾਲੇ ਤਿਨੇ ਬੁਲਾਏ ਲੈ ਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਅਸੀਂ ਆਪਣੇ ਆਪ 'ਤੇ ਆਏ ਨਹੀਂ, ਜਾਂ ਆਏ ਤਾਂ ਜਿੱਥੇ ਸਾਨੂੰ ਬਿਠਾਇਆ ਉੱਥੇ ਅਸੀਂ ਬੈਠ ਗਏ। ਔਰ ਜਦੋਂ ਸਾਨੂੰ ਲੈਣ ਵਾਲਾ ਆਉਂਦਾ ਹੈ, ਕਿਉਂਕਿ ਅਸੀਂ ਮਾਨਤ ਹਾਂ, ਜਿਸ ਤਰ੍ਹਾਂ ਕੋਈ ਕਿਸੇ ਦੇ ਕੋਲ ਮਾਨਤ ਰੱਖਦਾ ਹੈ, ਉਹ ਕਿਸੇ ਵੇਲੇ ਵੀ ਆਪਣੀ ਮਾਨਤ ਨੂੰ ਲੈ ਸਕਦਾ ਹੈ। ਸਾਨੂੰ ਉਸ ਪਰਮਾਤਮਾ ਨੇ ਇੱਕ ਮਾਨਤ ਦੀ ਤਰ੍ਹਾਂ ਰੱਖਿਆ ਇੱਥੇ, ਕਿਸੇ ਵੇਲੇ ਵੀ ਆਪਣੀ ਮਾਨਤ ਨੂੰ ਲੈ ਸਕਦਾ ਹੈ। ਬਾਣੀ 'ਚ ਜੋ ਕੁਛ ਗੁਰੂ ਸਾਹਿਬ ਜੀ ਫਰਮਾ ਰਹੇ, ਠੀਕ ਫਰਮਾ ਰਹੇ ਹੈ। ਜਾਂ ਆਏ ਤਾਂ ਤਿਨੇ ਬਿਠਾਇਆ, ਜਿਹਨੇ ਬਿਠਾਇਆ ਸਾਨੂੰ, ਅਸੀਂ ਬੈਠ ਗਏ। ਅਸੀਂ ਆਪਣੇ ਆਪ ਆਏ ਨਹੀਂ, ਆਪਣੇ ਆਪ ਅਸੀਂ ਜਾ ਨਹੀਂ ਸਕਦੇ। ਜਦੋਂ ਉਹ ਬੁਲਾਉਂਦਾ ਹੈ ਉਹ ਲੈ ਜਾਂਦਾ ਹੈ, ਜਿਸ ਨੇ ਬਿਠਾਇਆ ਉਹ ਲੈ ਜਾਂਦਾ ਹੈ। ਬਾਣੀ 'ਚ ਵੀ ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਜਿਨ ਤੁਝ ਭੇਜਿਆ ਤਿਨੇ ਬੁਲਾਇਆ, ਸੁਖ ਸ਼ਹਿ ਸੇਤੀ ਕਰ ਆਓ। ਐ ਪਿਆਰੇ, ਜਿਸ ਨੇ ਤੈਨੂੰ ਇੱਥੇ ਭੇਜਿਆ ਉਸੇ ਨੇ ਤੈਨੂੰ ਬੁਲਾਇਆ, ਅਤੇ ਤੂੰ ਖੁਸ਼ੀ ਨਾਲ ਆਪਣੇ ਘਰ ਆ ਜਾ। ਹਾਂਜੀ। ਜਾ ਆਏ ਤਾਂ ਤਿਨੇ ਪਠਾਏ, ਚਾਲੇ ਤਿਨੇ ਬੁਲਾਏ ਲੈ ਆ। ਜੋ ਕੁਛ ਕਰਨਾ ਸੋ ਕਰ ਰੇ ਹਾਂ,
ਬਖਸ਼ਣ ਹਾਰੇ ਬਖਸ਼ ਲਿਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜੋ ਕੁਛ ਅਸੀਂ ਕਰ ਰਹੇ ਹਾਂ ਇਹ ਸਾਡੀ ਕਮਾਈ ਅਲੱਗ-ਅਲੱਗ ਹੈ, ਕਿਰਤ ਸਾਡੀ ਅਲੱਗ-ਅਲੱਗ ਹੈ। ਜਿਸ ਕਿਰਤ ਨਾਲ ਅਸੀਂ ਬਖਸ਼ੇ ਜਾਣਾ ਹੈ ਉਹ ਕਿਰਤ ਹੈ ਭਜਨ ਸਿਮਰਨ। ਅਸੀਂ ਭਜਨ ਸਿਮਰਨ ਦੇ ਨਾਲ ਬਖਸ਼ੇ ਜਾਣਾ ਹੈ, ਈਸ਼ਵਰ ਦੀ ਭਗਤੀ ਨਾਲ, ਨੇਕ ਪਾਕ ਕੰਮਾਂ ਦੇ ਨਾਲ। ਹਰ ਇੱਕ ਦੀ ਕਿਰਤ ਅਲੱਗ-ਅਲੱਗ ਹੈ। ਕੋਈ ਫਸਲਾਂ ਦੀ ਸੇਵਾ ਕਰਦਾ ਹੈ, ਕੋਈ ਪਸ਼ੂਆਂ ਦੀ ਸੇਵਾ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਦੁਕਾਨਦਾਰੀ ਕਰਦਾ ਹੈ। ਅਲੱਗ-ਅਲੱਗ ਕਿਰਤ ਹੈਗੀ ਹੈ। ਜਿਹੜੇ ਨਾਮ ਜਪਦੇ ਹੈ ਉਹ ਵੀ ਉਹਨਾਂ ਦੀ ਕਿਰਤ ਹੈ। ਸੋ ਸਾਡੀ ਕਲਿਆਣ ਜਿਹੜੀ ਹੋਣੀ ਹੈ ਉਹ ਈਸ਼ਵਰ ਦੀ ਭਗਤੀ ਦੇ ਨਾਲ। ਹਾਂਜੀ। ਜਿਨ ਇਹ ਚਾਖਿਆ ਰਾਮ ਰਸਾਇਣ, ਤਿਨ ਕੀ ਸੰਗਤ ਖੋਜ ਪਿਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਕਿਤੇ ਧੋਖਾ ਨਾ ਖਾਈ, ਦੇਖੀ ਕਿਤੇ ਗਲਤੀ ਨਾ ਲੱਗ ਜਾਏ। ਇਹ ਜ਼ਿੰਦਗੀ ਬਾਰੋਂ ਬਾਰ ਨਹੀਂ ਤੈਨੂੰ ਮਿਲਣੀ। ਜਿਨ ਇਹ ਰਾਮ ਰਸਾਇਣ ਚਖਿਆ ਹੈ, ਜਿਨ ਉਹਦਾ ਨਾਮ ਜਪਿਆ ਹੈ, ਤੂੰ ਉਹਦੀ ਖੋਜ ਕਰ। ਉਹਦੀ ਖੋਜ ਕਰਕੇ ਉਹਦੀ ਸ਼ਰਨ ਚਲੇ ਜਾ, ਉਹਦੇ ਪਾਸੋਂ ਜੁਗਤੀ ਲੈ ਲੈ। ਇਹ ਬੜਾ ਅਫਸੋਸ ਹੈ ਕਿ ਅਸੀਂ ਹਰ ਕੰਮ ਦੀ ਖੋਜ ਕਰਦੇ ਹਾਂ। ਬਾਜ਼ਾਰ ਸੌਦਾ ਲੈਣ ਜਾਂਦੇ ਹਾਂ, ਅਸੀਂ ਹੱਟੀ ਹੱਟੀ ਫਿਰਦੇ ਹਾਂ, ਜਿੱਥੇ ਸਾਨੂੰ ਤਸੱਲੀ ਹੁੰਦੀ ਹੈ ਚੰਗਾ ਮਿਲਦਾ ਲੈਂਦੇ ਹਾਂ। ਔਰ ਵੀ ਅਸੀਂ ਕਈ ਚੀਜ਼ਾਂ ਦੀ, ਕਿਸੇ ਪਸ਼ੂ ਲੈਣ ਜਾਂਦਾ ਹੈ ਉਹਦੀ ਖੋਜ ਕਰਦੇ ਹਾਂ, ਹੋਰ ਕੋਈ ਚੀਜ਼ ਲੈਂਦੇ ਹਾਂ ਉਹਦੀ ਖੋਜ ਕਰਦੇ ਹਾਂ। ਕਦੀ ਇਸ ਬਾਰੇ ਨਹੀਂ ਖੋਜ ਕੀਤੀ ਕਿ ਜਿਸ ਸਾਧੂ ਦੇ ਅੱਗੇ ਅਸੀਂ ਕੁਰਬਾਨੀ ਦੇਣੀ ਹੈ ਕਿ ਕਿਆ ਇਹ ਸਾਧੂ ਨੇ ਨਾਮ ਦੀ ਕਮਾਈ ਕੀਤੀ ਹੈ। ਜੇ ਕੀਤੀ ਹੈ ਤਾਂ ਕਿਤਨੇ ਚਿਰ ਕੀਤੀ ਹੈ, ਕਿਤਨਾ ਕੁ ਕੋਰਸ ਹੈ। ਇਹ ਜ਼ਿੰਦਗੀ ਦਾ ਕੋਰਸ ਕਬੀਰ ਸਾਹਿਬ ਨੇ ਫਰਮਾਇਆ, ਜ਼ਿੰਦਗੀ ਦਾ ਕੋਰਸ ਹੈ। ਇਹ ਸਾਲ 2 ਸਾਲ 10 ਸਾਲ ਦਾ ਨਹੀਂ ਹੈਗਾ। ਇਹਦੇ ਬਾਰੇ ਅਸੀਂ ਕਦੀ ਨਹੀਂ ਸੋਚਿਆ ਹੈਗਾ। ਹੋਰ ਸਾਡੇ 'ਚ ਸੋਚ ਬੜੀ ਹੈ, ਹੋਰ ਅਸੀਂ ਗਲਤੀ ਨਹੀਂ ਕਿਤੇ ਖਾਂਦੇ, ਲੇਕਿਨ ਇਹਦੇ ਬਾਰੇ ਕਦੀ ਨਹੀਂ ਸੋਚਿਆ ਅਸੀਂ। ਇਹਦੇ ਬਾਰੇ ਹਜ਼ੂਰ ਕਈ ਵਾਰ ਫਰਮਾਉਂਦੇ ਭੇਡ ਚਾਲ। ਭੇਡ ਚਾਲ ਕੀ ਹੈ ਕਿ ਇੱਕ ਭੇਡ ਪਹਾੜ ਤੋਂ ਡਿੱਗੀ, ਉਹ ਦੂਸਰੀਆਂ ਵੀ ਨਾਲ ਹੀ ਡਿੱਗ ਪਈਆਂ ਕਿ ਇੱਕ ਗਈਏ ਤਾਂ ਅਸੀਂ ਕਾਹਨੂੰ ਰਹੀਏ। ਇੱਕ ਰਿਸ਼ਤੇਦਾਰ ਦੂਜੇ ਰਿਸ਼ਤੇਦਾਰ ਨੂੰ ਖਿੱਚੀ ਜਾਂਦਾ, ਦੂਜਾ ਦੂਜੇ ਨੂੰ ਖਿੱਚੀ ਜਾਂਦਾ, ਤੀਜਾ ਤੀਜੇ ਨੂੰ ਖਿੱਚੀ ਜਾਂਦਾ। ਇਹ ਨਹੀਂ ਅਸੀਂ ਦੇਖਦੇ, ਕਦੀ ਵੀ ਜਮਾਇਸ਼ ਨਹੀਂ, ਕਦੀ ਸੋਚਿਆ ਨਹੀਂ ਕਿ ਜਿੱਥੇ ਅਸੀਂ ਆਪਣੀ ਕੁਰਬਾਨੀ ਦੇਣੀ ਹੈ, ਰੋਜ਼ ਰੋਜ਼ ਤਾਂ ਕੁਰਬਾਨੀ ਲੱਗਦੀ ਨਹੀਂ। ਇਹ ਤਾਂ ਇੱਕੋ ਹੀ ਜਨਮ ਹੈਗਾ ਸਾਡਾ, ਇਹਦੇ ਬਾਰੋਂ ਬਾਰ ਤਾਂ ਹੋਣਾ ਹੀ ਨਹੀਂ ਕੁਛ ਵੀ। ਕਿ ਕਿਆ ਜਿਸ ਸਾਧੂ ਦੇ ਅੱਗੇ ਅਸੀਂ ਕੁਰਬਾਨੀ ਦੇਣੀ ਹੈ, ਇਹ ਸਾਧੂ ਦੀ ਖੋਜ ਤਾਂ ਕਰੀਏ। ਕਿਆ ਉਸ ਮਾਲਕ ਦੀ ਭਗਤੀ ਕੀਤੀ ਹੈ, ਕੀ ਸੋਚ ਸੰਜਮ ਹੈਗਾ, ਕੀ ਤਰੀਕਾ ਹੈਗਾ, ਉਹ ਕੀਤਾ ਜਾਂ ਨਹੀਂ ਕੀਤਾ, ਕਿਤਨਾ ਚਿਰ ਕੀਤਾ ਹੈਗਾ। ਇਹਦੇ ਬਾਰੇ ਅਸੀਂ ਕਦੀ ਸੋਚਦੇ ਨਹੀਂ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ, ਕਿਉਂਕਿ ਸੰਤ ਸਾਨੂੰ ਬਹੁਤ ਤਰੀਕੇ ਨਾਲ ਸਮਝਾਉਂਦੇ ਹੈ। ਹਾਂਜੀ। ਰਿੱਧ ਸਿੱਧ ਬੁੱਧ ਗਿਆਨ, ਰਿੱਧ ਸਿੱਧ ਬੁੱਧ ਗਿਆਨ ਗੁਰ ਤੇ ਪਾਇਆ, ਮੁਕਤ ਪਦਾਰਥ ਸਰਣ ਪਿਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਆ, ਭਾਈ ਰਿੱਧੀਆਂ ਸਿੱਧੀਆਂ ਵਾਸਤੇ ਨਾ ਤੂੰ ਧੱਕੇ ਖਾਂਦਾ ਫਿਰੀ। ਜਦ ਤੂੰ ਸਤਿਗੁਰ ਦੀ ਸ਼ਰਨ ਵਿੱਚ ਆਏਗਾ, ਇਹ ਸਭ ਕੁਝ ਤੇਰੀਆਂ ਬਣ ਜਾਣਗੀਆਂ। ਇਹ ਸਭ ਕੁਝ ਰਿੱਧੀਆਂ ਸਿੱਧੀਆਂ ਸਾਰੀਆਂ ਆ ਜਾਣਗੀਆਂ ਔਰ ਮੁਕਤੀ ਪਦਾਰਥ ਤੈਨੂੰ ਮਿਲ ਜਾਏਗਾ। ਹਾਂਜੀ। ਰਿੱਧ ਸਿੱਧ ਬੁੱਧ ਗਿਆਨ ਗੁਰ ਤੇ ਪਾਇਆ, ਮੁਕਤ ਪਦਾਰਥ ਸਰਣ ਪਿਆ। ਦੁੱਖ ਸੁਖ ਗੁਰਮੁਖ ਸਮ ਕਰ ਜਾਣਾ, ਹਰਖ ਸੋਗ ਤੇ ਬਿਰਕਤ ਪਿਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ, ਜਿਹੜੇ ਗੁਰਮੁਖ ਮਾਲਕ ਦੇ ਪਿਆਰੇ ਹੈ
ਉਹ ਦੁੱਖ ਜਾਂ ਸੁੱਖ, ਕਿਉਂਕਿ ਇਹ ਦੋਵੇਂ ਲਹਿਰਾਂ ਜਿਹੜੀਆਂ ਚੱਲ ਰਹੀਆਂ ਨੇ, ਇਹ ਦੋਵੇਂ ਲਹਿਰਾਂ ਜਿਹੜੀਆਂ ਸਾਮੋ ਸਾਮੀ ਚੱਲ ਰਹੀਆਂ, ਦੁੱਖ ਵੀ ਚੱਲ ਰਿਹਾ ਔਰ ਸੁੱਖ ਵੀ ਚੱਲ ਰਿਹਾ। ਸਾਨੂੰ ਦੁੱਖ ਵੀ ਆ ਸਕਦਾ, ਸੁੱਖ ਵੀ ਆ ਸਕਦਾ ਹੈ, ਪਰ ਜਿਹੜੇ ਫਕੀਰ ਨਾਮ ਜਪਦੇ ਹੈ ਉਹ ਸੁੱਖ ਦੇ ਵਿੱਚ ਹੰਕਾਰੀ ਨਹੀਂ ਹੁੰਦੇ ਔਰ ਦੁੱਖ ਦੇ ਵਿੱਚ ਦਲਗੀਰ ਨਹੀਂ ਹੁੰਦੇ। ਉਹ ਇੱਕ ਸਮਾਨ ਸਮਝਦੇ। ਜੇ ਦੁੱਖ ਆਇਆ ਤਾਂ ਉਹ ਇਹੀ ਸਮਝਦੇ ਕਿ ਮੇਰਾ ਹੀ ਹੈ, ਹੋ ਸਕਦਾ ਮੈਂ ਹੀ ਕਿਸੇ ਵੇਲੇ ਕੀਤਾ ਹੋਵੇ ਅਤੇ ਮੇਰੇ ਅੱਗੇ ਆਇਆ। ਜੇ ਸੁੱਖ ਆਇਆ ਤਾਂ ਵੀ ਸਮਝਦੇ ਸ਼ਾਇਦ ਇਹ ਆਪਣਾ ਹੀ ਹੈ। ਉਹ ਕਿਸੇ ਨੂੰ ਦੋਸ਼ ਨਹੀਂ ਦਿੰਦੇ ਹੈਗੇ, ਉਹ ਇੱਕ ਸਮਾਨ ਸਮਝਦੇ। ਹਾਂਜੀ। ਦੁੱਖ ਸੁੱਖ ਗੁਰਮੁਖ ਸਮ ਕਰ ਜਾਣਾ, ਹਰਖ ਸੋਗ ਤੇ ਬਿਰਕਤ ਪੈਆ, ਆਪ ਮਾਰ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲਿਆ। ਗੁਰੂ ਸਾਹਿਬ ਜੀ ਸ਼ਬਦ ਸਮਾਪਤ ਕਰਦੇ ਹੋਏ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ, ਆਪ ਮਾਰ। ਬਾਣੀ ਜੀ ਜਿਸ ਤਰ੍ਹਾਂ ਫਰਮਾਇਆ ਕਿ ਜਦ ਤੱਕ ਇਹ ਆਪਣੇ ਆਪ ਨੂੰ ਮਾਰਦਾ ਨਹੀਂ, ਉਸ ਸ਼ਉ ਪਰਮਾਤਮਾ ਨੂੰ ਪਾ ਸਕਦਾ, ਉਸ ਮਾਲਕ ਨੂੰ ਨਹੀਂ ਪਾ ਸਕਦਾ ਹੈ। ਕੁਰਾਨ ਸ਼ਰੀਫ ਦੇ ਵਿੱਚ ਵੀ ਲਿਖਿਆ ਹੈ, ਅੱਲਾਹ ਤਾਲਾ ਮਾਰੇਗਾ, ਮਾਰ ਕੇ ਜਵਾਏਗਾ, ਫੇਰ ਨਹੀਂ ਵੱਤ ਮਾਰੇਗਾ। ਇੱਕ ਵਾਰ ਤੈਨੂੰ ਅੱਲਾਹ ਤਾਲਾ ਮਾਰੇਗਾ, ਕਿਉਂਕਿ ਦੁਨੀਆ ਦੀਆਂ ਖਾਹਿਸ਼ਾਂ ਜਿਹੜੀਆਂ ਇਸ ਜੀਵ ਦੀਆਂ ਖਤਮ ਹੋਣਗੀਆਂ। ਜਦੋਂ ਦੁਨੀਆ ਦੀਆਂ ਖਾਹਿਸ਼ਾਂ ਖਤਮ ਹੋ ਗਈਆਂ, ਇਹ ਦੁਨੀਆ ਵੱਲੋਂ ਇੱਕ ਕਿਸਮ ਦਾ ਮਰ ਜਾਂਦਾ ਹੈ। ਇਹਦੀ ਖਾਹਿਸ਼ ਇੱਕ ਸ਼ਬਦ ਨਾਲ ਜੁੜ ਜਾਂਦੀ, ਫਿਰ ਸ਼ਬਦ ਦੇ ਨਾਲ ਇਹਦਾ ਪਿਆਰ ਲੱਗ ਜਾਂਦਾ ਹੈ, ਫਿਰ ਇਹ ਜਿੰਦਾ ਹੋ ਜਾਂਦਾ ਹੈ, ਫਿਰ ਇਹ ਮਰਦਾ ਨਹੀਂ। ਸ਼ਬਦ ਮਰਦਾ ਨਹੀਂ ਔਰ ਇਹ ਵੀ ਨਹੀਂ ਮਰਦਾ, ਇਹਦਾ ਕਨਸ਼ਕਨ ਜਿਹੜਾ ਸ਼ਬਦ ਨਾਲ ਜੁੜ ਜਾਂਦਾ ਹੈ। ਇਸੇ ਵਾਸਤੇ ਇਸਰੀ ਭਾਵ 'ਚ ਇੱਕ ਸ਼ਬਦ ਕਿਹਾ ਹੈ, ਮਰ ਬੇਖਸਮਾ ਮਰ, ਤੂੰ ਮਰੇ ਤਾਂ ਮੈਂ ਸੁਹਾਗਣ ਹੋਈ। ਜੇ ਤੂੰ ਮਰੇਗਾ ਤੇ ਮੈਂ ਸੁਹਾਗਣ ਹੋ ਜਾਵਾਂਗੀ। ਕਿਉਂ? ਕਿ ਮੇਰਾ ਸ਼ਬਦ ਨਾਲ ਪਿਆਰ ਹੋ ਜਾਏਗਾ। ਖਸਮ ਸਾਡਾ ਕੌਣ ਹੈ? ਮਨ। ਸਾਡੀ ਆਤਮਾ ਦਾ ਪਤੀ ਇਸ ਵਕਤ ਮਨ ਬਣਿਆ ਔਰ ਸਾਡੇ ਅੰਦਰ ਉਹ ਸ਼ਬਦ ਆ ਰਿਹਾ ਹੈ। ਰੂਹ ਇਹ ਕਹਿੰਦੀ ਹੈ ਕਿ ਤੂੰ ਮਰ, ਹੈ ਮੇਰੇ ਖਸਮ, ਤੂੰ ਮਰ। ਜੇ ਤੂੰ ਮਰ ਜਾਏਗਾ ਮੇਰਾ ਸੁਹਾਗ ਪੂਰਾ ਹੋ ਜਾਏਗਾ, ਮੇਰਾ ਸ਼ਬਦ ਨਾਲ ਪਿਆਰ ਲੱਗ ਜਾਏਗਾ। ਸ਼ਬਦ ਮਰਦਾ ਨਹੀਂ, ਆਉਂਦਾ ਨਹੀਂ, ਜਾਂਦਾ ਨਹੀਂ, ਹਮੇਸ਼ਾ ਵਾਸਤੇ ਜਿੰਦਾ ਹੈ। ਹਾਂਜੀ। ਆਪ ਮਾਰ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲੈ